ਤੇ ਜਿਹੜੇ ਮਿੱਧ ਕੇ ਰੱਖੇ ਜਾਣ ਵਾਲੇ ਆਪੇ ਮਿੱਧੇ ਗਏ। ਇਹ ਭਾਰਤ ਭੂਸ਼ਣ ਆਸ਼ੂ ਹੈ ਜਿਹੜਾ ਅੱਜ ਤੋਂ ਸਿਰਫ 5 ਮਹੀਨੇ ਪਹਿਲਾਂ ਪਤਾ ਨਹੀਂ ਹਿਲਦਾ ਸੀ ਲੁਧਿਆਣੇ ਦਾ ਇਹਦੇ ਹੁਕਮ ਤੋਂ ਬਿਨਾਂ, ਤੇ ਅੱਜ ਜਿਹੜਾ ਹੈਗਾ ਸਭ ਕੁਝ ਹਿੱਲੀ ਜਾਂਦਾ ਹੈ। ਇਕੱਲਾ ਇਹੀ ਜਿਹੜਾ ਹੈਗਾ ਉਹ ਸਟਿਲ ਹੋ ਗਿਆ। ਮੈਂ ਮੇਰੇ ਵਰਗਾ ਬੰਦਾ ਹੁੰਦਾ ਤਾਂ ਮੈਂ ਤੁਹਾਨੂੰ ਦੱਸਿਆ ਸੀ, ਮੈਂ ਉੱਥੇ ਪਹਿਲਾਂ ਬਿੱਟੂ ਨੂੰ ਮਿਲਦਾ ਤਾਂ ਪਹਿਲਾਂ ਤਾਂ ਜੇ ਉੱਥੇ ਹੁੰਦਾ ਇਹ ਤਾਂ ਬਾਅਦ ਦੀ ਗੱਲ ਹੈ। ਤਾਂ ਵਾਂਟ ਤੇ ਲੈ ਕੇ ਆਉਂਦੀ ਪਹਿਲਾਂ ਤਾਂ ਉੱਥੇ ਮੌਕੇ 'ਤੇ ਜਿਹੜਾ ਉਹਦੇ ਜੁੱਤੀਆਂ ਮਾਰਨੀਆਂ ਚਾਹੀਦੀਆਂ ਸੀ ਜਿਹੜਾ ਵੱਡਾ MP ਬਣਿਆ ਫਿਰਦਾ। ਇਹਨਾਂ ਨੇ ਨਾ ਆਪਣੀ ਮਿੱਟੀ ਪਟਾਉਣੀ ਸੀ। ਇਸ ਟੱਬਰ ਨੇ ਨਾ ਬਹੁਤ ਵੱਡਾ ਪੰਜਾਬ ਦਾ ਨੁਕਸਾਨ ਕੀਤਾ ਤੇ ਹੱਦ ਦਰਜੇ ਦੇ ਘਟੀਆ ਆਦਮੀ ਨੇ ਇਹਦੇ ਸਾਰੀਆਂ ਹਿੱਸੇਦਾਰੀਆਂ ਆਸ਼ੂ ਦੇ ਨਾਲ ਸਾਂਝੀਆਂ ਹੈਗੀਆਂ। ਇਹਨੂੰ ਤਾਂ ਬੁਲਾਇਆ ਗਿਆ ਸੀ ਤਾਂ ਨਾਲ ਹੀ ਨਹੀਂ ਸੀ ਉੱਥੇ। ਜੇ ਕੋਈ ਕਾਣ ਵਾਲਾ ਪੁਲਿਸ ਅਫਸਰ ਹੁੰਦਾ, ਜੇ ਕਿਤੇ ਮੇਰੇ ਵਰਗਾ ਕੋਈ ਥੋੜ੍ਹਾ ਜਿਹਾ ਟੇਢੇ ਦਿਮਾਗ ਦਾ ਬੰਦਾ ਹੁੰਦਾ ਤਾਂ ਉਹਦੀਆਂ ਬਾਹਾਂ ਮਰੋੜ ਕੇ ਤੇ ਉਹਨੂੰ ਦੱਸ ਕੇ ਉਹਦੇ ਮੁਸ਼ਕਾਂ ਬੰਨ੍ਹ ਕੇ ਨਾਲ ਲੈ ਕੇ ਆਉਂਦਾ, ਕੋਲੇ ਬੈਠ ਕੇ FIR ਕਟਾਉਂਦਾ ਇਹਦੇ 'ਤੇ, ਇਹਨੂੰ ਦੱਸਦਾ ਵੀ ਪੁਲਿਸ ਕੀ ਹੁੰਦੀ ਹੈ। ਮੈਨੂੰ ਸ਼ੰਕਾ ਸਰਕਾਰ ਦੇ 'ਤੇ ਹੈ ਕਿ ਕੰਟੀਨਿਊਟੀ ਦੇ ਵਿੱਚ ਇਸ ਚੀਜ਼ ਨੂੰ ਕਰ ਸਕਣਗੇ ਇਹ ਆਉਣ ਵਾਲੇ ਸਮੇਂ 'ਚ। ਰਾਜੇ ਬਿੜੰਗਾ, ਕੈਪਟਨ ਸੰਧੂ ਦੀ ਜਿਹਨਾਂ ਦੀ ਮੈਂ ਗੱਲ ਕਰਦਾ, ਇਹਨਾਂ ਦੇ ਕੱਪੜੇ ਉਤਾਰ ਕੇ ਇਹਨਾਂ ਨੂੰ ਨੰਗਾ ਚਿੱਟਾ ਕਰਕੇ ਖੜਾ ਕਰ ਸਕਣਗੇ ਜਿਨ੍ਹਾਂ ਨੇ ਪੰਜਾਬ ਬਰਬਾਦ ਕੀਤਾ। ਜਿਸ ਤਰ੍ਹਾਂ ਦੀ ਚੂਹੇ ਬਿੱਲੀ ਦਾ ਉਹਦੇ ਅੱਖ ਮਚੌਲੀ ਚੱਲਦੀ ਸੀ ਇਹਨੂੰ ਫੜਨ ਵਾਸਤੇ, ਉਹ ਸਾਰੀ ਗੇਮ ਦਾ ਮੈਨੂੰ ਪਤਾ ਹੈ। ਇੱਕ ਮਿੰਟ 'ਚ ਆਰਡਰ ਆ ਜਾਂਦਾ ਸੀ, ਫੜ ਲਓ, ਫਿਰ ਕਹਿੰਦੇ ਛੱਡ ਦਿਓ, ਰਹਿਣ ਦਿਓ। ਹਰ ਇੱਕ ਬਾੜੀ ਚੀਜ਼ ਦੇ ਪਿੱਛੇ ਕੋਈ ਚੀਜ਼ ਚੰਗੀ ਵੀ ਛੁਪੀ ਹੁੰਦੀ ਹੈ। ਇਹਨੇ ਤਾਂ ਆਪਣੇ ਕੀਤੇ ਦਾ ਫਲ ਭੁਗਤਣਾ ਹੀ ਸੀਗਾ। ਮੈਂ ਬਿਲਕੁਲ ਆਪਣੀ ਇਸ ਗੱਲ ਨੂੰ ਇਵੇਂ ਹੀ ਮੀਡੀਆ ਸਾਹਮਣੇ ਰੱਖ ਕੇ ਇਹਨਾਂ ਦੀ ਹਿੱਕ 'ਤੇ ਮੂੰਗੀ ਦਲ ਦੀ ਪੰਜਾਬੀ ਕਹਿੰਦਾ, ਉਹ ਹਿੱਕ 'ਤੇ ਮੂੰਗੀ ਦਲਾਂਗੇ। ਇਹਨਾਂ ਦੀਆਂ ਜੁੱਤੀਆਂ ਪਾਲਿਸ਼ ਕਰਦੇ, ਇਹਨਾਂ ਦੀਆਂ ਡਰਾਈਵਰੀਆਂ ਕਰਦੇ ਕਰਦੇ ਮਹਿਕਮਾ ਭੁੱਲ ਗਿਆ ਕਿ ਸਾਡੀ ਆਪਣੀ ਵੀ ਕੋਈ ਹੋਂਦ ਹੈ। ਨਹੀਂ ਤਾਂ ਇਹਨਾਂ ਦੀ ਹਿੰਮਤ ਸੀ ਇਹ ਜੇ ਦੋ ਟਕੇ ਦੇ ਘਟੀਆ ਲੋਕਾਂ ਦੀ ਕਿ ਪੁਲਿਸ ਦੇ ਸਾਹਮਣੇ ਇਸ ਤਰੀਕੇ ਨਾਲ ਇਹ ਮਤਲਬ ਪੇਸ਼ ਆ ਜਾਣ। ਇਹ ਵੀ ਇੱਕ ਚਰਚਾ ਹੋ ਛੱਡ ਰਹੀ ਹੈ ਕਿ ਸਰਕਾਰੀ ਵਕੀਲ ਦੇ ਤੌਰ ਤੇ ਆਸ਼ੂ ਦੀ ਭੈਣ ਨੂੰ ਵੀ ਨਿਯੁਕਤ ਕੀਤਾ ਗਿਆ ਸਰਕਾਰ ਵੱਲੋਂ। ਇਹ ਵੀ ਜਿਹੜੀ ਹੈ ਇਲਜ਼ਾਮ ਲਗਾਏ ਜਾ ਰਹੇ ਆ, ਉਹਨੂੰ ਕਿਵੇਂ ਦੇਖਦੇ? ਇਲਜ਼ਾਮ ਨਹੀਂ ਹੋ ਗਿਆ ਹੁਣ, ਇਹ 'ਚ ਕੀ ਖਾਸ ਗੱਲ ਹੈ? ਦੇਖੋ ਇਹ ਸਾਰੇ ਤਾਂ ਇੱਕ ਦੂਜੇ ਦੇ ਚੋਰ ਮਾਸੀ ਦੇ ਮੁੰਡੇ, ਹਿੰਦੀ ਦੀ ਕਹਾਵਤ ਹੈ ਮਸੌਰੇ ਭਾਈ, ਠੀਕ ਹੈ, ਤਾਂ ਸਾਰੇ ਇਕੱਠੇ ਹੀ ਇਹ। ਪਿੱਛੇ ਜਦੋਂ ਇਹਨਾਂ ਦੀ ਸਰਕਾਰ ਸੀ ਕਾਂਗਰਸ ਵਾਲਿਆਂ ਦੀ, ਇਹਨੇ ਖੰਘਣ ਨਹੀਂ ਦਿੱਤਾ ਕੋਈ ਇੱਥੇ। ਇਹ ਤਾਂ ਮੁਰਦਿਆਂ ਦੀ ਸਰਕਾਰ ਹੈ। ਸਾਲੇ ਦੇ ਸਾਰੇ ਕਰਪਟ ਹੈ। ਆਪਦੇ ਮਤਲਬ ਹੁੰਦੇ ਉਦੋਂ ਟੋਕੇ ਵੇਖਦੇ, ਨਾਮ ਲੈਂਦੇ ਆ। ਜਿਹਨੂੰ ਹੁਣ ਵੀ ਬਲਵਿੰਦਰ ਸੇਖੋਂ ਖੁਸ਼ ਹੋ ਜਾਊਗਾ, ਭੱਜਿਆ ਆਊਗਾ ਮੇਰੇ ਕੋਲ ਵੀ ਨਾਮ ਲਿਆ। ਇਹ ਜਿਹੇ ਬੰਦੇ ਜਿਹੜੇ ਇਹਦੇ ਮੱਥੇ 'ਚ ਲਿਖਿਆ ਸੀ ਜੀ ਅੰਬੜਨਾ, ਹੋਰ ਕੀ ਇਹਦੀ ਕਰਤੂਤ ਹੈਗੀ ਹੈ? ਰੂਸਾ ਵਾਲੇ ਕੇਸ ਨੂੰ ਵੀ ਛੋਟਾ ਕਰਦਾ ਇਹਨੇ ਆਪਣਾ ਐਕਟ ਕਰਕੇ, ਧੀ ਦੀ ਉਮਰ ਤੋਂ ਛੋਟੀ ਕੁੜੀ ਨਾਲ ਵਿਆਹ ਕਰਵਾ ਕੇ, ਠੀਕ ਹੈ। ਭਗਵੰਤ ਮਾਨ ਨਹੀਂ ਖਾਧਾ ਜਾਣਾ ਇਹਦੇ ਵਿੱਚ। ਹੋਰ 2000 ਨੂੰ ਜੇ ਇਸ ਤਰ੍ਹਾਂ ਇਹਨੇ ਐਕਸ਼ਨ ਲੈ ਲਿਆ, ਉੱਪਰ ਫਿੱਟ ਨਾ ਆਇਆ ਤੇ ਆ ਬੈਠੇ ਦੋ ਵੱਡੇ ਚਾਪਲੂਸ, ਇੱਕ ਹਰਪਾਲ ਚੀਮਾ ਤੇ ਇੱਕ ਕਰਤਾਲ ਸੰਧਵਾ। ਉਹ ਪੂਰਾ ਜ਼ੋਰ ਲੱਗਿਆ ਪਿਆ ਉਹਨਾਂ ਦਾ ਵੀ ਕਿਸੇ ਤਰੀਕੇ ਨਾਲ ਇਹਦੇ 6 ਮਹੀਨੇ ਪੂਰੇ ਹੋਣ, ਇਹਨੂੰ ਲਾਈਏ ਇਹਦੀ ਥਾਂ ਦੀ ਸੀਟ 'ਤੇ ਬੈਠੀਏ। ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਪਿਛਲੇ ਦਿਨੀ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰ ਲਏ ਜਾਂਦੇ। ਉਹਨਾਂ ਦੇ ਗ੍ਰਿਫਤਾਰ ਹੋਣ 'ਤੇ ਕਾਫੀ ਡਰਾਮਾ ਵੀ ਹੁੰਦਾ। ਕਾਂਗਰਸ ਵੱਲੋਂ ਧਰਨਾ ਦਿੱਤਾ ਜਾਂਦਾ ਹੈ, ਰਮਨੀਤ ਬਿੱਟੂ ਆਈ ਵਿਜੀਲੈਂਸ ਟੀਮ ਨੂੰ ਘੇਰਦੇ ਵੀ ਹੈ। ਤੇ ਭਾਰਤ ਭੂਸ਼ਣ ਆਸ਼ੂ ਉਹ ਸ਼ਖਸ ਨੇ ਜੋ ਆਪਣੀ ਸਰਕਾਰ ਮੌਕੇ ਕਾਫੀ ਚਰਚਾ ਵਿੱਚ ਰਹੇ ਨੇ। ਉਹ ਇਹ ਮੰਨਿਆ ਜਾਂਦਾ, ਕੁਝ ਲੋਕਾਂ ਵੱਲੋਂ ਇਹ ਵੀ ਕਹਿਣਾ ਹੈ ਕਿ ਹੰਕਾਰ ਬੜਾ ਸਿਰ ਚੜ੍ਹ ਕੇ ਬੋਲਦਾ ਸੀ। ਇੱਕ DSP ਦੇ ਨਾਲ ਉਹਨਾਂ ਦੀ ਫੋਨ ਤੇ ਬਹਿਸ ਹੁੰਦੀ ਹੈ, ਇੱਕ DO ਨੂੰ ਉਹ ਭਰੇ ਪੰਡਾਲ ਵਿੱਚ ਬੇਇੱਜ਼ਤ ਕਰਦੇ ਆ। ਜਿਸ DSP ਬਲਵਿੰਦਰ ਸੇਖੋਂ ਨਾਲ ਬਹਿਸ ਹੁੰਦੀ ਹੈ, ਉਹ ਸਾਡੇ ਨਾਲ ਨੇ, ਗੱਲਬਾਤ ਕਰਦੇ ਆ। ਲੰਮਾ ਸੰਘਰਸ਼ ਕੀਤਾ ਇਹਨਾਂ ਨੇ, ਝੁਕੇ ਨਹੀਂ। ਗੱਲਬਾਤ ਕਰਦੇ ਆ। ਸੇਖੋਂ ਸਾਹਿਬ ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਬਹੁਤ ਬਹੁਤ। ਸੇਖੋਂ ਸਾਹਿਬ ਕਿਵੇਂ ਲੱਗ ਰਿਹਾ? ਬੜੇ ਚਿਰ ਤੋਂ ਤੁਹਾਡਾ ਤਾਂ ਸੰਘਰਸ਼ ਸੀ, ਚਾਹੇ ਮੈਂ ਤੁਹਾਡੇ ਵਾਲੇ ਮਾਮਲੇ 'ਚ ਨਹੀਂ ਗਏ ਪਰ ਜੇਲ੍ਹ ਚਲੇ ਗਏ ਆ। ਦੇਖੋ ਜੀ, ਮਾਮਲੇ ਤਾਂ ਕੋਈ ਵੀ ਹੋਣ, ਜਿਹੜਾ ਜਦੋਂ ਸੰਘਰਸ਼ਾਂ ਨੂੰ ਬੂਰ ਪੈਂਦੇ ਤਾਂ ਮਨ ਵੀ ਖੁਸ਼ ਹੁੰਦੇ ਆ। ਪਰ ਇਹ ਜਿਹੜਾ ਹੈਗਾ ਇੱਕ ਸ਼ੁਰੂਆਤ ਹੈ। ਇੱਕ ਜਿਹੜੀ ਬੁਰਾਈ ਇਹਨਾਂ ਨੇ ਪਿਛਲੇ 5 ਸਾਲਾਂ ਵਿੱਚ ਜਿਹੜੀ ਕਾਂਗਰਸ ਸਰਕਾਰ ਹੈ, ਅਕਾਲੀਆਂ ਦੀ ਸਟਾਰਟ ਕੀਤੀ ਹੋਈ। ਵੈਸੇ ਤਾਂ ਜਦੋਂ ਦਾ ਇਹ ਪੋਪੂਲਰ ਗੌਰਮੈਂਟ ਪਿੱਛੇ 97 ਤੋਂ ਬਾਅਦ ਆਈਆਂ, ਪਹਿਲਾਂ ਅਕਾਲੀਆਂ ਦੀ ਫਿਰ ਕਾਂਗਰਸ ਦੀ, ਪਰ 2006 ਤੋਂ ਬਾਅਦ ਜਦੋਂ ਮਜੀਠੀਏ ਨੇ ਚਿੱਟੇ ਦਾ ਵਪਾਰ ਲੈ ਕੇ ਆਂਦਾ, ਪੰਜਾਬ ਦੀ ਜਵਾਨੀ ਨੂੰ ਬਿਲਕੁਲ ਬਰਬਾਦ ਕੀਤਾ ਅਸਲੀ ਤਰੀਕੇ ਨਾਲ। ਉਸ ਤੋਂ ਬਾਅਦ ਜਿਹੜੀ ਉਹਦਾ ਉੱਤਰਾਧਿਕਾਰੀ ਜਿਹੜਾ ਹੈਗਾ ਸੀ ਕੈਪਟਨ ਸੰਦੀਪ ਸੰਧੂ ਦੇ ਰੂਪ ਵਿੱਚ ਡਰੱਗ ਡੀਲਰ ਅਗਲਾ ਜਿਹੜਾ ਆਇਆ, ਜਿਹਦੇ ਖਿਲਾਫ ਸਭ ਕੁਝ ਐਵੀਡੈਂਸ ਪਈ ਹੈਗਾ। ਅਗਲਾ ਜਿਹੜਾ ਹੈਗਾ, ਮੈਂ ਕਿਹਾ ਵੀ ਕਈ ਆਪਣੀਆਂ ਇੰਟਰਵਿਊ ਦੇ ਵਿੱਚ ਵੀ, ਅਗਲਾ ਨੰਬਰ ਅਸੀਂ ਹੁਣ ਉਹਦਾ ਲਾਵਾਂਗੇ, ਉਹਨੂੰ ਵਿਹਲਾ ਇਸ ਤਰੀਕੇ ਨਾਲ ਲੋਕੇ ਬਹਿਣ ਨਹੀਂ ਰਹਿਣਾਗਾ। ਤਾਂ ਉਹ ਸਾਰੇ ਦੇ ਸਾਰੇ ਲੋਕ ਜਿਹੜੇ ਹੈਗੇ ਆ, ਉਹਨਾਂ ਦੇ ਵਿੱਚੋਂ ਇਹ ਜਿਹੜਾ ਆਸ਼ੂ ਦਾ ਪਹਿਲਾਂ ਅੱਗੇ ਜਾਣਾ, ਇਹਨੂੰ ਅੱਜ ਪਹਿਲੇ ਜਿਹੜੇ ਸ਼ਿਕਾਰ ਹੋਣਾ, ਉਹ ਇਹਦੀ ਜ਼ੁਬਾਨ ਹੈ ਜਿਹਦੇ ਬਾਰੇ ਤੁਸੀਂ ਜ਼ਿਕਰ ਕੀਤਾ ਸੀਗਾ। ਕਿਉਂਕਿ ਕਰਪਟ ਤਾਂ ਸਾਰੇ ਹੀ ਹੈਗੇ। ਕਰਪਟ ਹੋਣ ਨੂੰ ਤਾਂ ਮੰਨ ਹੀ ਲਿਆ ਸੀ ਲੋਕਾਂ ਨੇ ਵੀ ਕਰਪਟ ਹੋਣਾ ਦਾ ਖਾਸ ਗੱਲ ਹੀ ਨਹੀਂ ਕੋਈ, ਕਿਉਂਕਿ ਸਾਡਾ ਆਪਣਾ ਸਿਸਟਮ ਕਰਪਟ ਹੈ। ਅਸੀਂ ਖੁਦ ਇੱਕ ਪ੍ਰੈਸ਼ਰ ਤੰਤਰ ਦੀ ਖੁਦ ਜਿਹੜੀ ਹੈਗੀ ਹੈ ਉਪਜ ਹੈਗੇ ਆ, ਜਿਹਦੇ 'ਚ ਅਸੀਂ ਖੁਦ ਹੈ। ਕਿਸੇ ਨੂੰ ਕਹਿਣਾ ਬਹੁਤ ਸੌਖਾ, ਕਹਿ ਦਿੰਦੇ ਆ ਫਲਾਨਾ ਕਰਪਟ ਹੈ। ਅਸੀਂ ਚੁਣਿਆ ਕੀ ਨਹੀਂ ਹੈਗਾ। ਅਸੀਂ ਆਪਣੇ ਕੰਮਾਂ ਵਾਸਤੇ, ਪੁੱਤਾਂ ਨੂੰ ਨੌਕਰੀਆਂ ਲਾਉਣ ਵਾਸਤੇ, ਬਿਜ਼ਨਸਾਂ ਦੀ ਟੈਕਸਾਂ ਦੀਆਂ ਚੋਰੀਆਂ ਕਰਨ ਵਾਸਤੇ ਇਹਨਾਂ ਲੋਕਾਂ ਨੂੰ ਚੁਣਦੇ ਆ। ਅਤੇ ਫਿਰ ਆਪਾਂ ਕਹਿੰਦੇ ਪੋਲੀਟੀਸ਼ੀਅਨ ਮਾੜਾ। ਇਹ ਮਾੜੇ ਨਹੀਂ ਹੈ। ਪਹਿਲਾਂ ਤਾਂ ਸਾਡਾ ਸਮਾਜ ਮਾੜਾ, ਜਿਹਦੇ ਵਿੱਚੋਂ
ਹਰ ਤਰ੍ਹਾਂ ਦਾ ਜਿਹੜਾ ਅਫਸਰ ਪੈਦਾ ਹੋਇਆ, ਕੋਈ ਪੋਲੀਟੀਸ਼ੀਅਨ ਪੈਦਾ ਹੋਇਆ, ਬਿਊਰੋਕਰੇਟ ਪੈਦਾ ਹੋਇਆ, ਉਹ ਸਾਡੀ ਆਪਣੀ ਉਪਜ ਹੈ। ਇਸ ਕਰਕੇ ਪਹਿਲੀ ਨਿਗਾਹ ਤਾਂ ਮਾਰਨ ਦੀ ਲੋੜ ਹੈ ਸਾਨੂੰ ਆਪਣੇ ਸਮਾਜ 'ਤੇ, ਜਿਹਦੇ ਵਿੱਚ ਸਭ ਤੋਂ ਵੱਡੇ ਗੁਨਾਹਗਾਰ ਹੈਗੇ ਇੱਥੋਂ ਦੇ ਸੀਨੀਅਰ ਸਿਟੀਜ਼ਨ, ਠੀਕ ਹੈ, ਜਿਹੜੇ ਵੀ 50-45 ਸਾਲ ਦੀ ਉਮਰ ਤੋਂ ਉੱਪਰ ਦੇ ਲੋਕ ਇਹਨਾਂ ਤੁਸੀਂ ਘੱਟ ਉਮਰ ਦੇ ਛੋਟੇ ਹੋ, ਤੁਹਾਡੇ ਗੁਨਾਹ ਨਹੀਂ ਹੈਗੇ ਇਸ ਕੰਮ ਦੇ ਵਿੱਚ। ਪਰ ਇੱਕ ਪੂਰੀ ਦੀ ਪੂਰੀ ਪੀੜ੍ਹੀ ਜਿਹੜੀ 45 ਤੋਂ 50 ਸਾਲ ਤੋਂ ਉੱਪਰ ਜਿਉਂਦੀ ਬੈਠੀ ਹੈ ਤੇ ਅੱਜ ਵੀ ਮਤਲਬ ਜਿਹੜੀ ਹੈਗੀ ਹੈ ਤਮਾਸ਼ਾ ਵੇਖ ਰਹੀ ਹੈ, ਆਉਣ ਵਾਲੀਆਂ ਪੀੜ੍ਹੀਆਂ ਦਾ ਨੁਕਸਾਨ ਕਰਕੇ, ਹਵਾ ਪਾਣੀ ਇੱਥੋਂ ਖਤਮ ਕਰਕੇ, ਤੇ ਅਜੇ ਵੀ ਮਤਲਬ ਕੋਈ ਸ਼ਰਮ ਨਹੀਂ ਕਿਸੇ ਨੂੰ ਹੈਗੀ ਕਿ ਅਸੀਂ ਆਪਣੇ ਗੁਨਾਹਾਂ ਦੀ ਜਿਹੜੀ ਹੈਗੀ ਹੈ ਕਬੂਲ ਕਰਕੇ ਕੁਛ ਨਾ ਕੁਛ ਵਾਪਸ ਮੋੜੀਏ। ਜਿਸ ਦੀ ਕਿ ਇੱਕ ਪਛਤਾਤਾਪ ਕੋਸ਼ਿਸ਼ ਮੈਂ ਕਰ ਰਿਹਾ, ਜਿਹਨੇ ਕਿ ਇੱਕ 32 ਸਾਲ ਇੱਕ ਬਦਨਾਮ ਮਹਿਕਮੇ ਦੀ ਨੌਕਰੀ ਕੀਤੀ ਹੈ, ਪਰ ਜਦੋਂ ਜਾਗੀ ਉਦੋਂ ਸਵੇਰਾ। ਜੇ ਆਸ਼ੂ ਨੇ ਉਹ ਟੈਲੀਫੋਨ ਨਾ ਕੀਤਾ ਹੁੰਦਾ ਤਾਂ ਮੈਂ ਵੀ ਹੋ ਸਕਦਾ ਕਿ ਇਸ ਤਰ੍ਹਾਂ ਦੀ ਭੀੜ ਵਿੱਚੋਂ ਰਿਟਾਇਰ ਹੋ ਕੇ ਕਿਤੇ ਗੁੰਮ ਹੋ ਜਾਣਾ ਸੀਗਾ। ਤਾਂ ਮੈਂ ਤਾਂ ਉਸ ਚੀਜ਼ ਨੂੰ ਆਪਣੀ ਇੱਕ ਚੰਗੇ ਪੱਖ ਦੇ ਤੌਰ 'ਤੇ ਦੇਖਦਾ। ਮੈਂ ਇਹਨੂੰ ਨਫ਼ਰਤ ਦੀ ਨਿਗਾਹ ਨਾਲ ਤਾਂ ਕਦੇ ਵੀ ਨਹੀਂ ਦੇਖਿਆ ਆਸ਼ੂ ਨੂੰ, ਕਿਉਂਕਿ ਨਫ਼ਰਤ ਉਹਨੂੰ ਕੀਤੀ ਜਾਂਦੀ ਜਿਹੜਾ ਥੋੜ੍ਹਾ ਰਸਤਾ ਜਿਹੜਾ ਹੈਗਾ ਬਦਲ ਕੇ ਤੁਹਾਨੂੰ ਨਰਕ ਛੱਡ ਦੇਵੇ। ਉਹ ਦੇਖਣ ਨੂੰ ਲੱਗਦਾ ਸੀ ਨੌਕਰੀ ਚਲੀ ਗਈ, ਦੇਖਣ ਨੂੰ ਲੱਗਦਾ ਮੇਰਾ ਬਹੁਤ ਨੁਕਸਾਨ ਹੋਇਆ ਵੀ, ਪਰ ਉਹਦਾ ਜਿਹੜਾ ਬੈਨੀਫਿਟ ਹੋਇਆ ਅੱਜ ਮਤਲਬ ਤੁਸੀਂ ਲੋਕ ਜਿਹੜੇ ਹੈਗੇ ਆ ਮੈਨੂੰ ਲੱਭ ਕੇ ਆ ਕੇ ਮੇਰੇ ਨਾਲ ਗੱਲ ਕਰ ਰਹੇ ਆ, ਹੋਰ ਲੋਕ ਚਾਹੁੰਦੇ ਆ, ਲੋਕ ਸੁਣਨਾ ਚਾਹੁੰਦੇ ਆ, ਉਹ ਸਭ ਇਸ ਮਹਾਂਪੁਰਸ਼ ਦੀ ਮਿਹਰਬਾਨੀ ਹੈ। ਹਰ ਇੱਕ ਬਾੜੀ ਚੀਜ਼ ਦੇ ਪਿੱਛੇ ਕੋਈ ਚੀਜ਼ ਚੰਗੀ ਵੀ ਛੁਪੀ ਹੁੰਦੀ ਹੈ। ਇਹਨੇ ਤਾਂ ਆਪਣੇ ਕੀਤੇ ਦਾ ਫਲ ਭੁਗਤਣਾ ਹੀ ਸੀਗਾ। ਇਹਨਾਂ ਨੇ ਜਿਹੜੇ ਵੀ ਆਪਣੇ ਕਰਮ ਹੈਗੇ ਇੱਥੇ ਹੀ ਭੁਗਤ ਕੇ ਜਾਣੇ ਪੈਂਦੇ। ਜਿਹੜੇ ਵੀ ਆਪਾਂ ਪਾਪ ਕਰਦੇ ਹਾਂ, ਕਸ਼ਟ, ਉਹ ਜਿਹੜਾ ਹੈਗਾ ਪ੍ਰਮਾਤਮਾ ਥੋੜ੍ਹੇ ਇੱਥੇ ਹੀ ਨਿਬੇੜ ਕੇ ਜਾਂਦਾ। ਕੋਈ ਹੋਰ ਵੱਖਰੀ ਕਚਹਿਰੀ ਨਹੀਂ ਹੈਗੀ। ਉਹਦੀ ਤਾਜ਼ੀ ਮਿਸਾਲ ਸਭ ਤੋਂ ਵੱਡੀ ਇਹ ਭਾਰਤ ਭੂਸ਼ਣ ਆਸ਼ੂ ਹੈ, ਜਿਹੜਾ ਅੱਜ ਤੋਂ ਸਿਰਫ 5 ਮਹੀਨੇ ਪਹਿਲਾਂ ਪੱਤਾ ਨਹੀਂ ਹਿਲਦਾ ਸੀ ਲੁਧਿਆਣੇ ਦਾ ਇਹਦੇ ਹੁਕਮ ਤੋਂ ਬਿਨਾਂ, ਤੇ ਅੱਜ ਜਿਹੜਾ ਹੈਗਾ ਸਭ ਕੁਝ ਹਿੱਲੀ ਜਾਂਦਾ ਹੈ, ਇਕੱਲਾ ਇਹੀ ਜਿਹੜਾ ਹੈਗਾ ਉਹ ਸਟਿਲ ਹੋ ਗਿਆ। ਤਾਂ ਸੋ ਇਹ ਕੁਦਰਤ ਦਾ ਬਹੁਤ ਵੱਡਾ ਇਨਸਾਫ ਹੋਇਆ, ਸ਼ੁਰੂਆਤ ਹੋਈ ਹੈ। ਭਗਵੰਤ ਮਾਨ ਸਰਕਾਰ ਦਾ ਸ਼ਲਾਘਾ ਵਾਲਾ ਜਿਹੜਾ ਇੱਕ ਕੰਮ ਹੈਗਾ, ਅਸੀਂ ਨਿਕਤਾਚੀਨੀ ਕਰਦੇ ਹਾਂ ਡਟ ਕੇ, ਕਿਉਂਕਿ ਇਹ ਉਸ ਤਰ੍ਹਾਂ ਨਹੀਂ ਖਰੇ ਉਤਰੇ ਜਿਵੇਂ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਵੋਟ ਪਾਈ ਸੀ, ਜੋ ਪੰਜਾਬ ਦੇ ਲੋਕ ਚਾਹੁੰਦੇ ਸੀ ਇਹਨਾਂ ਤੋਂ। ਉਹਦੀ ਬਿਲਕੁਲ ਇਹਨਾਂ ਨੇ ਜਿਹੜੀ ਸ਼ੁਰੂਆਤ ਜਿਹੜੀ ਹੈਗੀ ਚੰਗੀ ਨਹੀਂ ਕੀਤੀ। ਪਰ ਜੇ ਵਿੱਚੋਂ ਕੋਈ ਕੀ ਚੀਜ਼ ਚੰਗੀ ਕਰਦੇ ਤਾਂ ਉਹਦੇ ਬਾਰੇ ਮਤਲਬ ਚੰਗਾ ਕਹਿਣਾ ਬਿਲਕੁਲ ਬਣਦਾ, ਕਿਉਂ ਜੇ ਅਸੀਂ ਨਿੰਦਿਆ ਕਰਨ ਵਾਸਤੇ ਬੈਠੇ ਹਾਂ ਤਾਂ ਜੇ ਚੰਗੇ ਨੂੰ ਚੰਗਾ ਨਾ ਕਹਾਂਗੇ ਤਾਂ ਫਿਰ ਜਿਹੜਾ ਹੈਗਾ ਉਹ ਆਪਣੀ ਆਤਮਾ ਅੱਗੇ ਜਿਹੜਾ ਹੈਗਾ ਉਹਦਾ ਜਵਾਬ ਦੇਣਾ ਔਖਾ ਹੋ ਜਾਂਦਾ। ਪਰ ਇਸ ਚੀਜ਼ ਨੂੰ ਕੰਟੀਨਿਊ ਰੱਖ ਸਕੂਗਾ ਨਹੀਂ, ਇਸ ਚੀਜ਼ ਨੂੰ ਅੱਗੇ ਸਿਰੇ ਲਾ ਸਕੂਗਾ ਕਿ ਨਹੀਂ, ਇਸ 'ਤੇ ਮੈਨੂੰ ਬਹੁਤ ਵੱਡਾ ਸ਼ੱਕ ਹੈ, ਕਿਉਂਕਿ ਉਹਦੀ ਆਪਣੀ ਕਮਾਂਡ ਜਿਹੜੀ ਹੈਗੀ ਹੈ ਉਹ ਦਿੱਲੀ ਵਾਲਿਆਂ ਦੇ ਹੱਥ ਵਿੱਚ ਹੈ। ਤੇ ਜੇ ਉਹਨਾਂ ਦੀ ਗੁਲਾਮੀ ਤੋਂ ਬਾਹਰ ਨਹੀਂ ਆਊਗਾ ਤੇ ਫਿਰ ਜਿਹੜਾ ਹੈਗਾ, ਕਿਉਂਕਿ ਮੈਨੂੰ ਦੀ ਗ੍ਰਿਫਤਾਰੀ ਬਾਰੇ ਪਤਾ ਹੈ, ਜਿਸ ਤਰ੍ਹਾਂ ਦੀ ਚੂਹੇ ਬਿੱਲੀ ਦਾ ਉਹਦੇ ਅੱਖ ਮਚੌਲੀ ਚੱਲਦੀ ਸੀ ਇਹਨੂੰ ਫੜਨ ਵਾਸਤੇ, ਉਹ ਸਾਰੀ ਗੇਮ ਦਾ ਮੈਨੂੰ ਪਤਾ ਹੈ। ਇੱਕ ਮਿੰਟ 'ਚ ਆਰਡਰ ਆ ਜਾਂਦਾ ਸੀ, ਫੜ ਲਓ, ਫਿਰ ਕਹਿੰਦੇ ਛੱਡ ਦਿਓ, ਰਹਿਣ ਦਿਓ, ਠੀਕ ਹੈ। ਪਹਿਲਾਂ ਦਿਨੇ ਜਦੋਂ ਇਹਨਾਂ ਨੇ ਵਿਜੀਲੈਂਸ ਨੂੰ ਉੱਥੇ ਖੜ੍ਹ ਕੇ ਚੈਲੰਜ ਕੀਤਾ, ਉਦੋਂ ਉੱਥੇ ਬੜੇ ਬਹਾਨੇ ਲਾਏ ਗਏ। ਉੱਥੋਂ ਦੇ ਅਫਸਰ ਜਿਹੜਾ SSP ਮੁਹਾਲੀ ਹੈ ਉਹਨੇ ਚੀਕਾਂ ਮਾਰੀਆਂ। ਹਰ ਕੋਈ ਚਾਹੁੰਦਾ ਕਿ ਮਤਲਬ ਮੇਰੇ ਇਲਾਕੇ 'ਚ ਨਾ ਜੀ ਜਿਵੇਂ ਕੋਈ ਬਹੁਤ ਗਲਤ ਕੰਮ ਕਰ ਹੋਣਾ ਹੋਵੇ, ਮਤਲਬ ਉੱਥੋਂ ਦੇ SSP ਮੁਹਾਲੀ ਨੇ ਦਵਾਈਆਂ ਪਾ ਕੇ ਖੜਾ ਛਡਾਇਆ ਜੀ, ਨਹੀਂ ਮੇਰੇ ਨਾ ਕਰੋ ਜੀ, ਇੱਥੇ ਜੀ ਆਉਣ ਵਾਲਾ ਸਾਡੇ ਪ੍ਰਧਾਨ ਮੰਤਰੀ ਨੇ ਆਉਣਾ ਜੀ, ਇੱਥੇ ਮੌਲਾ ਹੀ ਨਾ ਹੋ ਜੇ, ਆਹ ਨਾ ਹੋ ਜੇ। ਆਹ ਤਾਂ ਸਾਡੀ ਪੁਲਿਸ ਹੈ। ਇਹ ਤਾਂ ਉਹਨਾਂ ਦਾ ਮਤਲਬ ਜਿਹੜਾ ਪ੍ਰੋਫੈਸ਼ਨਲਿਜ਼ਮ ਜਿਹੜਾ ਹੈਗਾ ਖਤਮ ਹੋ ਗਿਆ ਕਿ ਇੱਕ ਦੋਸ਼ੀ ਨੂੰ ਫੜਨਾ ਹੋਵੇ ਤੇ ਉਹਦੇ ਵਾਸਤੇ ਤੁਸੀਂ ਵੇਖੋ ਪਹਿਲਾਂ ਮਾਹੌਲ ਕੀ ਹੈ। ਈਵਨ ਆ ਸਿਮਰਜੀਤ ਬੈਂਸੁਰਾ ਦੇ ਕੇਸ ਦੇ ਵਿੱਚ ਚਲਾਨ ਦੇਣ ਲੱਗਿਆ ਪੁਲਿਸ ਨੇ ਇਹ ਲਿਖਿਆ ਕਿ ਜੇ ਇਹਨਾਂ ਨੂੰ ਮਤਲਬ ਅਰੈਸਟ ਕੀਤਾ ਤਾਂ ਇੱਥੇ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੋ ਜਾਊਗੀ। ਉਹ ਤੁਹਾਡਾ ਬੇੜਾ ਗਰਕ ਹੋ ਜਾਏ। ਤੁਸੀਂ ਨੌਕਰੀਆਂ ਕਾਹਦੇ ਵਾਸਤੇ ਕਰਦੇ ਹੋ? ਤੁਹਾਡੀ ਡਿਊਟੀ ਕੀ ਹੈਗੀ ਹੈ? ਜੇ ਦੋ ਗੁੰਡੇ ਆਦਮੀ ਜੋ MLA ਬਣ ਗਏ ਗਲਤ ਵੋਟਾਂ ਲੈ ਕੇ ਲੋਕਾਂ ਦੀਆਂ, ਤੇ ਅੱਜ ਜੇ ਰੇਪ ਦੇ ਕੇਸ ਵਿੱਚ ਉਹਨੂੰ ਅਰੈਸਟ ਕਰਨਾ ਤਾਂ ਤੁਸੀਂ ਲਾਅ ਐਂਡ ਆਰਡਰ ਦੀ ਪੋਜੀਸ਼ਨ ਕਹਿੰਦੇ ਮਾੜੀ ਹੋ ਜਾਊਗੀ। ਤਾਂ ਸਭ ਬੇੜਾ ਗਰਕ ਜਿਹੜਾ ਹੈਗਾ ਸਿਸਟਮ ਦਾ ਹੋਇਆ ਵਾ, ਪਰ ਹੋਇਆ ਸਾਰੇ ਦਾ। ਜਿਹੜਾ ਬੰਦਾ ਕੰਮ ਕਰ ਰਿਹਾ ਹੁੰਦਾ ਉਹ ਦਿਖਾਈ ਦੇ ਰਿਹਾ ਹੁੰਦਾ। ਪੁਲਿਸ ਦੀ ਨੌਕਰੀ ਜਿਹੜੀ ਹੈ ਯੂਨੀਫਾਰਮ ਜੋਬ ਹੈ। ਇਸ ਤੋਂ ਕਿਤੇ ਵੱਧ ਭ੍ਰਿਸ਼ਟ ਤੇ ਖਤਰਨਾਕ ਜਿਹੜਾ ਬਿਊਰੋਕਰੇਟ IAS ਅਫਸਰ ਲੌਬੀ ਉਹ ਸਭ ਤੋਂ ਮਾੜੀ ਹੈ। ਸਭ ਤੋਂ ਵੱਧ ਨੁਕਸਾਨ ਜਿਹੜਾ ਹੈਗਾ ਸਟੇਟ ਦਾ, ਜਿਹੜਾ ਅਦਰਵਾਈਜ਼ ਤਾਂ ਮੁਲਕ ਦਾ ਹੀ ਆਪਾਂ ਆਪਦੀ ਸਟੇਟ ਨੂੰ ਲੈਂਦੇ ਹਾਂ, ਉਹ ਇਹਨਾਂ ਨੇ ਇਸ ਲੌਬੀ ਨੇ ਕੀਤਾ। ਜਿਹੜਾ ਕੋਲ ਕੋਈ ਕਰਪਸ਼ਨ ਦਾ ਜਾਂ ਜੋ ਵੀ ਸਿਸਟਮ ਹੋਇਆ, ਇਹਦਾ 75 ਪੈਸੇ ਜਿਹੜਾ ਹਿੱਸਾ ਹੈ ਇਹ ਇਕੱਲਾ ਬਿਊਰੋਕਰੇਟ ਖਾਂਦਾ, ਜਿਹੜਾ ਕਦੇ ਤੁਹਾਡੇ ਧਿਆਨ 'ਚ ਵੀ ਨਹੀਂ, ਕਿਸੇ ਹੋਰ ਲੋਕਾਂ ਦੇ ਧਿਆਨ ਵਿੱਚ ਵੀ ਨਹੀਂ ਵੀ ਅਸਲ ਵਿੱਚ ਕੌਣ ਬੈਨੀਫਿਸ਼ਰੀ ਹੈ। ਤਾਂ ਬਿਊਰੋਕਰੇਟ ਮੇਨ ਬੈਨੀਫਿਸ਼ਰੀ ਹੈ। ਮੈਂ ਕਹਿੰਦਾ ਉਹਨੇ ਬੜੀ ਵਾਰੀ ਦਰਾ ਦਿੰਦਾ ਅੱਜ ਵੀ 75 ਪੈਸੇ ਜੇ ਰੁਪਈਆ ਕਰਪਸ਼ਨ ਹੈ ਤਾਂ ਬਿਊਰੋਕਰੇਟ ਕੋਲ ਹੈ, ਤੇ 15 ਪੈਸੇ ਪੋਲੀਟੀਸ਼ਨ ਹੈ, ਤੇ 10% ਇਹਨੇ ਬਾਕੀ ਸਾਡੇ ਵਰਗਿਆਂ ਵਾਸਤੇ ਹੋਰ ਲੋਕਾਂ ਵਾਸਤੇ ਛੱਡੀ ਹੋਈ ਹੈ। ਮੀਡੀਆ ਤੁਹਾਡਾ ਹੈਗਾ ਉਹ ਵੀ ਬਥੇਰਾ ਬਕਾਊ ਹੈਗਾ ਸਾਰਾ ਕੁਝ। ਕੋਈ ਪਾਰਟ ਬਚਿਆ ਨਹੀਂ ਹੋਇਆ ਸਿਸਟਮ ਦਾ, ਕੋਈ ਪਾਰਟ ਇਸ ਤੋਂ ਬਚਿਆ ਨਹੀਂ ਹੋਇਆ। ਮੀਡੀਆ ਦਾ ਰੋਲ ਜਿਹੜਾ ਸੀਗਾ ਉਹ ਬਹੁਤ ਜਿਹੜਾ ਨਾ ਪੱਖੀ ਬੜੇ ਦੇਰ ਤੋਂ ਚੱਲ ਰਿਹਾ। ਬਹੁਤ ਘੱਟ ਲੋਕ ਤੁਹਾਡੇ ਵਰਗੇ ਇੱਕ ਸਧਾਰਨ ਵੈੱਬ ਚੈਨਲਾਂ ਵਾਲੇ ਲੋਕ ਜਿਹੜੇ ਹੈਗੇ ਆ ਇਹ ਫਿਰ ਜਿਹੜਾ ਵਿਖਾਉਂਦੇ ਫਿਰਦੇ ਸਾਡੇ ਵਰਗੇ ਲੋਕਾਂ ਨੂੰ। ਇੱਥੇ ਜਿਹੜੇ ਬਕਾਊ ਹੈਗੇ ਆ, ਪ੍ਰੋ ਪੰਜਾਬ ਵਾਲਾ ਹੋ ਗਿਆ, ਔਨ 에ਅਰ ਵਾਲਾ ਹੋ ਗਿਆ, ਪ੍ਰਾਈਮ ਏਸ਼ੀਆ ਵਾਲੇ ਹੋ ਗਏ, ਹੋਰ ਮੇਰੇ 2-4 ਨਾਮ ਜਿਹੜੇ ਦਿਮਾਗ 'ਚ ਸ਼ਾਇਦ ਨਾ ਆਉਂਦੇ ਹੁਣ, ਇਹ ਸਭ ਬਕਾਊ ਹੈਗੇ ਆ। ਇਹ ਬਿਲਕੁਲ ਉਵੇਂ ਚੱਲਦੇ ਜਿਵੇਂ ਮਤਲਬ ਸਰਕਾਰ ਦਾ ਹੁਕਮ ਹੁੰਦਾ, ਤੇ ਕਦੇ ਵੀ ਇਹਨਾਂ ਦੀ ਹਿੰਮਤ ਨਹੀਂ ਹੋਈ। ਪਰ ਜਿਹੜੇ ਮਤਲਬ ਸਧਾਰਨ ਜਿਹੜੇ ਸੰਘਰਸ਼ ਕਰ ਰਹੇ ਤੁਹਾਡੇ ਵਰਗੇ ਜਿਹੜੇ ਯੰਗ ਹੈਗੇ ਆ, ਇਹਨਾਂ ਲੋਕਾਂ ਨੇ ਮੈਨੂੰ ਬਹੁਤ ਦੂਰ ਤੱਕ ਵਿਖਾਇਆ। ਤਾਂ ਉਹਦੇ ਕਰਕੇ ਭਾਵੇਂ ਇਹ ਲੋਕ ਬਕਾਊ ਸਾਡੇ ਕੋਲ ਨਹੀਂ ਪਹੁੰਚੇ, ਇਸ ਦੇ ਬਾਵਜੂਦ ਵੀ ਮੇਰੀ ਆਵਾਜ਼ ਜਿਹੜੀ ਦੱਬੀ ਨਹੀਂ ਗਈ, ਕਿਉਂਕਿ ਸੱਚੀ ਸੀ ਆਵਾਜ਼ ਸੱਚ ਦੀ ਹੋਣ ਕਰਕੇ ਤੁਸੀਂ ਆਏ ਆ ਨਾ, ਫਰੀਦਕੋਟ ਚੱਲ ਕੇ ਆਏ ਹੋ, ਤੇ ਕੋਈ ਸੋਚਦੇ ਹੋ ਇਸ ਕਰਕੇ ਨਾ ਵੀ ਕੋਈ ਲੋਕ ਸੁਣਨਾ ਚਾਹੁੰਦੇ ਆ।
ਤੋ ਇਹ ਜਿਹੜਾ ਹੈਗਾ ਮੀਡੀਆ ਦਾ ਰੋਲ ਦੀ ਆਪਾਂ ਗੱਲ ਕਰ ਰਹੇ ਸੀ, ਬੜਾ ਹੀ ਨਾ ਪੱਖੀ ਰਿਹਾ। ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਸੀ। ਦੇਖੋ ਚੌਥਾ ਥੰਮ ਤੁਸੀਂ ਮੰਨ ਲੈਂਦੇ ਹੋ ਵੀ ਸਾਨੂੰ ਚੌਥਾ ਥੰਮ ਕਿਹਾ ਜਾਂਦਾ, ਚੌਥਾ ਥੰਮ ਅਸਲ ਵਿੱਚ ਮੀਡੀਆ ਨਹੀਂ ਸੀਗਾ। ਚੌਥਾ ਥੰਮ ਸੀਗੀ ਲੋਕ ਰਾਏ। ਲੋਕ ਰਾਏ ਕਿਹਨੇ ਵਿਖਾਉਣੀ ਸੀ? ਮੀਡੀਆ ਨੇ। ਤੋ ਮੀਡੀਆ ਨੇ, ਲੋਕਾਂ ਨੇ, ਇਹਨਾਂ ਨੇ ਹੌਲੀ ਹੌਲੀ ਜਿਹੜਾ ਮਤਲਬ ਪੋਲੀਟੀਸ਼ੀਅਨਾਂ ਨੇ ਇਹਨੂੰ ਡਾਈਵਰਟ ਕਰਕੇ ਪਿਛਲੇ 15-20 ਸਾਲਾਂ ਤੋਂ ਚੌਥਾ ਥੰਮ ਕਹਿਣਾ ਸ਼ੁਰੂ ਕਰ ਦਿੱਤਾ, ਤੇ ਮੀਡੀਆ ਨੇ ਬੜੇ ਆਰਾਮ ਨਾਲ ਐਕਸੈਪਟ ਕਰ ਲਿਆ। ਕੌਣ ਅੱਜ ਕੱਲ੍ਹ ਫੋਕੀ ਜਿਹੜੀ ਏਡੀ ਵੱਡੀ ਟੌਰ ਆ, ਕੌਣ ਨਾ ਕਰਦਾ? ਠੀਕ ਹੈ, ਚੌਥਾ ਥੰਮ ਬਿਲਕੁਲ ਨਹੀਂ ਹੈ। ਚੌਥਾ ਥੰਮ ਹੈਗੀ ਲੋਕ ਰਾਏ, ਜਿਹਦੀ ਕੋਈ ਕੀਮਤ ਨਹੀਂ, ਜਿਹਨੂੰ ਵਿਖਾਉਣਾ ਮੀਡੀਆ ਨਹੀਂ ਸੀਗਾ। ਉਹ ਆਪਣੀ ਡਿਊਟੀਆਂ ਤੋਂ ਜਿਹੜਾ ਪਿੱਛੇ ਹੋ ਕੇ ਅੱਜ ਪੰਜਾਬ ਦੀ ਬਰਬਾਦੀ ਵਿੱਚ ਮੀਡੀਆ ਦਾ ਵੀ ਜਿਹੜਾ ਬਹੁਤ ਵੱਡਾ ਯੋਗਦਾਨ ਹੈ। ਅੱਛਾ, ਇੱਕ ਗੱਲ, ਰਵਨੀਤ ਬਿੱਟੂ ਬੜਾ ਜਦੋਂ ਉਹਨਾਂ ਨੂੰ ਗ੍ਰਿਫਤਾਰ ਕਰਨਗੇ ਬੜਾ ਰੌਲਾ ਪਾਉਂਦੇ ਆ, ਬੜਾ ਅੜ ਕੇ ਖੜਦੇ ਆ, ਬੜਾ ਗਲਤ ਕਰ ਵਿਜੀਲੈਂਸ ਦੇ ਅਫਸਰਾਂ ਨਾਲ ਬਹਿਸਦੇ ਆ। ਕੀ ਲੱਗਦਾ ਕਿਵੇਂ ਕਿ ਪਾਲਾ ਸਤਾ ਰਿਹਾ ਸੀ ਕਿਸੇ ਨੂੰ, ਜਾਂ ਇਹ ਲੱਗਦਾ ਸੀ ਕਿ ਵਾਕਈ ਆਸ਼ੂ ਇਮਾਨਦਾਰ ਹੈ ਤੇ ਉਹਦੀ ਮਦਦ ਕਰ ਰਹੇ? ਇਹਨਾਂ ਨੇ ਨਾ ਆਪਣੀ ਮਿੱਟੀ ਪਟਾਉਣੀ ਸੀ। ਇਸ ਟੱਬਰ ਨੇ ਨਾ ਬਹੁਤ ਵੱਡਾ ਪੰਜਾਬ ਦਾ ਨੁਕਸਾਨ ਕੀਤਾ, ਤੇ ਪੰਜਾਬੀ ਅਸੀਂ ਬੜੇ ਭੋਲੇ ਆ ਤੇ ਬੜੇ ਭੁੱਲਣਹਾਰ ਆ, ਬਹੁਤ ਜਲਦੀ ਭੁੱਲ ਜਾਂਦੇ ਆ ਕਿ ਪੰਜਾਬ ਦੀ ਇੱਕ ਪੀੜ੍ਹੀ ਦੀ ਬਰਬਾਦੀ ਦਾ ਜਿਹੜਾ ਜ਼ਿੰਮੇਵਾਰ ਇਹਨਾਂ ਦਾ ਗ੍ਰੈਂਡਫਾਦਰ ਸੀਗਾ। ਤੇ ਅਸੀਂ ਫਿਰ ਇੱਕ ਮੰਤਰੀ ਬਣਾਇਆ ਹੋਇਆ, ਇਹਨੂੰ ਤੀਜੀ ਵਾਰੀ MP ਬਣਾਇਆ ਹੋਇਆ। ਇਹ ਸਾਡੀ ਪੰਜਾਬੀਆਂ ਦਾ ਭੋਲਾਪਣ, ਪਰ ਇਹਨਾਂ ਦੇ ਵੀ ਭਾਂਡੇ ਜਿਹੜੇ ਹੈਗੇ ਭਰੇ ਹੋਏ ਆ। ਇਸ ਹੱਦ ਦਰਜੇ ਦੇ ਘਟੀਆ ਆਦਮੀ ਨੇ, ਇਹਦੇ ਸਾਰੀਆਂ ਹਿੱਸੇਦਾਰੀਆਂ ਆਸ਼ੂ ਦੇ ਨਾਲ ਸਾਂਝੀਆਂ ਹੈਗੀਆਂ। ਇਹਨੂੰ ਤਾਂ ਬੁਲਾਇਆ ਗਿਆ ਸੀ ਤਾਂ ਨਾਲ ਹੈ ਹੀ ਨਹੀਂ ਸੀ। ਤੁਸੀਂ ਪੁਲਿਸ ਦੀ ਵੇਖੋ, ਇੱਥੇ ਆ ਕੇ ਵੀ ਜੇ ਆਪਾਂ ਕਹੀਏ, ਜਦੋਂ ਇਹਨੂੰ ਫੜ ਲਿਆ ਇਕੱਲਾ ਸੀਗਾ, ਇਹਨੇ ਉਦੋਂ ਕਿਹਾ ਜੀ ਮੈਂ ਵਾਲ ਕਟਾਉਣੇ ਜੀ, ਵਾਲ ਕਟਾ ਲਾਂ ਜੀ, ਕੋਈ ਨਹੀਂ, ਠੀਕ ਹੈ। ਉਹਨਾਂ ਨੇ ਫਿਰ ਟਾਈਮ ਦਿੱਤਾ। ਉਸ ਟਾਈਮ 'ਚ ਇਹਨੇ ਫੋਨ ਕਰਕੇ ਇਹਨੂੰ ਬਿੱਟੂ ਨੂੰ ਬੁਲਾਇਆ। ਬਿੱਟੂ ਨੇ ਆ ਕੇ ਉੱਥੇ ਜੋ ਗੁੰਡਾਗਰਦੀ ਕੀਤੀ, ਜੋ ਉਹਦਾ ਮਤਲਬ ਪੁਲਿਸ ਨੂੰ ਚੋਰ ਕਿਹਾ, ਧੱਕੇ ਮਾਰੇ। ਉੱਥੇ ਜੇ ਕੋਈ ਕਾਣ ਵਾਲਾ ਪੁਲਿਸ ਅਫਸਰ ਹੁੰਦਾ, ਜੇ ਕਿਤੇ ਮੇਰੇ ਵਰਗਾ ਕੋਈ ਥੋੜ੍ਹਾ ਜਿਹਾ ਟੇਢੇ ਦਿਮਾਗ ਦਾ ਬੰਦਾ ਹੁੰਦਾ, ਤਾਂ ਉਹਦੀਆਂ ਬਾਹਾਂ ਮਰੋੜ ਕੇ ਤੇ ਉਹਨੂੰ ਦੱਸ ਕੇ, ਉਹਦੇ ਮੁਸ਼ਕਾਂ ਬੰਨ੍ਹ ਕੇ ਨਾਲ ਲੈ ਕੇ ਆਉਂਦਾ, ਕੋਲੇ ਬੈਠ ਕੇ FIR ਕਟਾਉਂਦਾ ਇਹਦੇ ਤੇ ਇਹਨੂੰ ਦੱਸਦਾ ਵੀ ਪੁਲਿਸ ਕੀ ਹੁੰਦੀ ਹੈ। ਤੇ ਪੁਲਿਸ ਆਪਣਾ ਸਿਸਟਮ ਗਵਾਈ ਬੈਠੀ ਹੈ। ਹਰ ਚੀਜ਼ ਦੇ ਵਿੱਚੋਂ ਜਿਹੜੀ ਕਾਣ ਤੇ ਤੜ ਨਿਕਲ ਚੁੱਕੀ ਹੈ। ਨਾਮ ਬਦਨਾਮ ਹੈ ਤੇ ਗਲਤ ਕੰਮ ਜਦੋਂ ਮਤਲਬ ਇਹ ਕਹਿੰਦੇ ਪੋਲੀਟੀਸ਼ੀਅਨ, ਫਿਰ ਜੋ ਮਰਜ਼ੀ ਕਰਾ ਲਓ ਪੁਲਿਸ ਤੋਂ। ਤੋ ਇਹਨਾਂ ਦੇ ਕਹਿਣ ਤੇ, ਇਹਨਾਂ ਦੀ ਗੁਲਾਮੀਆਂ ਕਰਦੇ ਕਰਦੇ, ਇਹਨਾਂ ਦੇ ਘਰਾਂ ਦੇ ਵਿੱਚ ਇਹਨਾਂ ਦੀਆਂ ਜੁੱਤੀਆਂ ਪਾਲਿਸ਼ ਕਰਦੇ, ਇਹਨਾਂ ਦੀਆਂ ਡਰਾਈਵਰੀਆਂ ਕਰਦੇ ਕਰਦੇ ਮਹਿਕਮਾ ਭੁੱਲ ਗਿਆ ਕਿ ਸਾਡੀ ਆਪਣੀ ਵੀ ਕੋਈ ਹੋਂਦ ਹੈ। ਫਿਰ ਨਹੀਂ ਤਾਂ ਇਹਨਾਂ ਦੀ ਹਿੰਮਤ ਸੀ ਆਈ ਜੇ ਦੋ ਟਕੇ ਦੇ ਘਟੀਆ ਲੋਕਾਂ ਦੀ ਕਿ ਪੁਲਿਸ ਦੇ ਸਾਹਮਣੇ ਇਸ ਤਰੀਕੇ ਨਾਲ ਇਹ ਮਤਲਬ ਪੇਸ਼ ਆ ਜਾਣ। ਸੋ ਆਉਣ ਵਾਲਾ ਸਮਾਂ ਦਿੱਤੀ, ਕੰਪਲੇਂਟ ਦਿੱਤੀ ਇਹਨਾਂ ਨੇ ਵਿਜੀਲੈਂਸ ਵਾਲਿਆਂ ਨੇ ਉਹਦੇ ਖਿਲਾਫ, ਤੇ ਉਹਦੀ ਹੁਣ ਤਫਤੀਸ਼ ਕਰ ਰਿਹਾ। ਇੱਥੇ ਮੁਰਦੇ ਕਮਿਸ਼ਨਰ ਲੱਗਦੇ ਲੁਧਿਆਣੇ ਵਿੱਚ ਹੁਣ ਤੱਕ, ਪਹਿਲਾਂ ਵੀ ਮੁਰਦੇ ਲੱਗੇ ਸੀ। ਅਗਰਵਾਲ ਸੀਗਾ ਇੱਥੇ, 1.5 ਸਾਲ ਇੱਥੇ ਧਰਨਾ ਲਾ ਕੇ ਲੇਡੀ ਬੈਠੀ ਰਹੀ। ਇੱਕ ਭੁੱਲਰ ਲਿਖਦਾ ਆਪਦੇ ਆਪ ਨੂੰ, ਠੀਕ ਆ, ਤੇ ਮੈਨੂੰ ਤਾਂ ਸ਼ਰਮ ਆਉਂਦੀ ਇਹੋ ਜਿਹੇ ਭੁੱਲਰਾਂ ਤੋਂ। ਫਿਰ ਇੱਕ ਹੁਣ ਸ਼ਰਮਾ ਜੀ ਆਏ ਹੋਏ ਆ, ਠੀਕ ਹੈ। ਜੋ ਨਖਿੱਧ ਬੰਦਾ ਜਿਹੜਾ ਹੈਗਾ ਉਹ ਲੱਭ ਕੇ ਇੱਥੇ CP ਲਾਇਆ ਜਾਂਦਾ। ਇੱਥੇ ਜੱਜ ਦਾ ਇੱਕ ਬੰਦਾ ਉਹ ਨੌਨਿਆਲ ਆਇਆ ਸੀਗਾ, ਤੇ ਮਹੀਨਾ ਕੁ ਤੋਂ ਬਾਅਦ ਬਦਲਤਾ। ਜਿਹੜੇ ਬੰਦੇ ਨੇ ਕੋਈ ਕੰਮ ਕਰਨ ਦਾ ਕਾਨੂੰਨ ਥੋੜ੍ਹਾ ਲਾਉਣ ਦਿੰਦੇ। ਇੱਕ ਨੌਨਿਆਲ ਨੂੰ ਮੈਂ ਗਿਣਦਾ, ਇੱਕ ਹਰਪ੍ਰੀਤ ਸਿੱਧੂ, ਜਿਹੜੇ ਹੈਗੇ ਆ ਸੀਨੀਅਰ ਅਫਸਰਾਂ ਚਾਹੁੰਦੇ ਆ। 2 ਅਫਸਰਾਂ ਤੋਂ ਬਿਨਾਂ ਕੋਈ ਇੱਥੇ ਪੰਜਾਬ ਪੁਲਿਸ ਦੇ ਵਿੱਚ ਅਫਸਰ ਹੀ ਨਹੀਂ ਹੈ। ਕਿ ਸ਼ਰਮ ਵਾਲੀ ਗੱਲ ਨਹੀਂ ਹੈਗੀ। ਮੇਰੀ ਇਹ ਗੱਲ ਮੈਂ ਪਤਾ ਨਹੀਂ ਕਿੰਨੀ ਵਾਰੀ ਕਹੀ ਹੈ, ਕਦੇ ਇਹਨਾਂ ਨੇ ਕੋਈ ਹਿੰਮਤ ਨਹੀਂ ਹੋਈ ਕਰੇ ਆ ਕੇ ਮੈਨੂੰ ਕੋਈ ਕਹਿ ਦੇਵੇ ਵੀ ਤੂੰ ਹਾਂ ਮੈਂ ਬਹੁਤ ਚੰਗਾ, ਮੇਰੇ ਬਾਰੇ ਗੱਲ ਨਹੀਂ ਕਹਿ। ਨਖਿੱਧ ਸਿਰੇ ਦੇ ਮਤਲਬ ਸਾਡੇ ਪੁਲਿਸ ਮਹਿਕਮੇ ਦੇ ਵਿੱਚ ਅਫਸਰ DGP ਤੋਂ ਲੈ ਕੇ ਸਾਰੇ ਇਹੋ ਜਿਹੇ ਭਰੇ ਹੋਏ ਆ। ਇਹ ਤੋਂ ਬਾਅਦ ਮੈਂ ਹੋਰ ਕੀ ਕਹਿ ਸਕਦਾ। ਇੱਕ ਤੁਹਾਡੀ ਆਡੀਓ ਦੇ ਵਿੱਚ ਬੜਾ ਇਹ ਇਹਨਾਂ ਦਾ, ਜਦੋਂ ਕਹਿੰਦੇ ਆਡੀਓ ਔਨ ਕਰ ਲਓ ਜੀ, ਆਪਣਾ ਰਿਕਾਰਡ ਸ਼ੁਰੂ ਕਰ ਲਓ ਜੀ, ਉਸ ਤੋਂ ਬਾਅਦ ਇੱਕ ਸ਼ਬਦ ਕਹਿੰਦੇ ਬੜਾ ਮਸ਼ਹੂਰ ਸੀ ਇਹਨਾਂ ਦਾ, ਮਿੱਧ ਕੇ ਰੱਖ ਦੂੰਗਾ। ਅੱਜ ਮਿੱਧ ਕੇ ਰੱਖਣ ਵਾਲੇ ਕੀ ਮੰਨਦੇ ਹੋ ਵੀ ਮਿੱਧੇ ਜਾ ਰਹੇ ਆ? ਕੁਦਰਤ ਦਾ ਇਹ ਉਹ ਹੈ ਨਾ, ਹੰਕਾਰ ਦੇ ਅੱਗੇ ਬੜੇ ਵੱਡੇ ਲੋਕ ਜਿਹੜੇ ਹੈਗੇ ਆ ਉਹ ਨੀਵੇਂ ਹੋ ਜਾਂਦੇ ਆ। 2 ਉਦਾਹਰਨਾਂ ਸਾਡੇ ਲੁਧਿਆਣੇ ਦੇ ਸ਼ਹਿਰ ਦੇ ਵਿੱਚ ਬੈਂਸਾਂ ਦੀ ਤੇ ਆਸ਼ੂ ਦੀ ਹੈਗੀ ਹੈ। ਇਹਨਾਂ ਦਾ ਹੰਕਾਰ ਐਡਾ ਸਿਰ ਚੜ੍ਹ ਕੇ ਬੋਲਦਾ ਸੀਗਾ, ਉਹ ਹੰਕਾਰ ਜਿਹੜਾ ਹੁੰਦਾ ਉਹਦਾ ਸਿਰ ਨੀਵਾਂ ਹੁੰਦਾ। ਇਹ ਕੁਦਰਤ ਨੇ ਇਹਨਾਂ ਨੂੰ ਦੱਸਿਆ ਹੈ। ਇਨਸਾਫ ਤਾਂ ਜਿਹੜਾ ਹੈ ਮਿਲਿਆ ਹੀ ਮਿਲਿਆ, ਤੇ ਜਿਹੜੇ ਮਿੱਧ ਕੇ ਰੱਖੇ ਜਾਣ ਵਾਲੇ ਆਪੇ ਮਿੱਧੇ ਗਏ। ਮੈਂ ਤਾਂ ਕੋਈ ਏਡੀ ਸਮਰਥਾ ਨਹੀਂ ਰੱਖਦਾ ਸੀ ਕਿ ਮੈਂ ਇਹਨਾਂ ਨੂੰ ਮਿੱਧ ਕੇ ਰੱਖ ਦਿੱਤਾ। ਮੈਂ ਤਾਂ ਅਕਾਲ ਪੁਰਖ ਅੱਗੇ ਇਹੀ ਬੇਨਤੀ ਕੀਤੀ ਸੀ ਤੇ ਆਪਦਾ ਸੰਘਰਸ਼ ਕੀਤਾ ਸਾਹਮਣੇ ਖੜ੍ਹ ਕੇ। 2 ਚੀਜ਼ਾਂ ਤੋਂ ਇਹਨਾਂ ਤੋਂ ਮੈਂ ਟਲਿਆ ਨਹੀਂ ਕਿਤੇ, ਜਾਂ ਡਰਿਆ ਨਹੀਂ। ਇਹਨਾਂ ਨੇ ਬਥੇਰਾ ਕੁਛ ਮੇਰੇ ਨਾਲ ਕੀਤਾ। ਉਹਨੂੰ ਡਿਟੇਲ ਜਾਈਏ ਫਿਰ ਇਸ ਤਰ੍ਹਾਂ ਹੋ ਜਾਂਦਾ ਵੀ ਕਿਤੇ ਪਰਸਨਲ ਮੈਨੂੰ ਪ੍ਰੋਬਲਮ ਹੈ। ਇਹਨਾਂ ਨੇ ਹਰ ਚੀਜ਼ ਕਰਕੇ ਵੇਖੀ। ਇਹਨਾਂ ਨੂੰ ਪਤਾ ਵੀ ਮੇਰੇ ਨਾਲ ਕੀ ਕੀਤਾ ਇਹਨਾਂ ਨੇ। ਤੇ ਮੈਂ ਇਸ ਕਰਕੇ ਨਹੀਂ ਦੱਸਦਾ ਕਿ ਮੈਨੂੰ ਲੋਕਾਂ ਦੀ ਸਿਫਤ ਨਹੀਂ ਚਾਹੀਦੀ। ਜਦ ਮੈਂ ਕਹਾਂ ਵੀ ਹਾਂ ਮੇਰੇ ਨਾਲ ਕੀਤਾ ਸੀ ਇਹ ਠੀਕ ਹੈ ਜੀ, ਕੀਤਾ, ਮੈਂ ਚੂਜ਼ ਕੀਤਾ ਰਸਤਾ, ਮੈਂ ਇਸ ਰਸਤੇ ਨੂੰ ਆਪ ਚੁਣਿਆ, ਤੇ ਮੇਰੇ ਨਾਲ ਹੋਣਾ ਹੀ ਸੀ ਇਹ, ਕੋਈ ਗੱਲ ਨਹੀਂ। ਜੇ ਮੇਰੇ ਨਾਲ ਬਾਕੀ ਦੇ ਧੱਕੇ ਕੀਤੇ ਜਿਹੜੇ ਲੋਕਾਂ ਨੂੰ ਪਤਾ ਹੀ ਨਹੀਂ ਹੈ, ਡਿਸਮਿਸ ਕੀਤਾ ਸਾਹਮਣੇ। ਸਾਰੇ ਮੇਰੇ ਪੈਨਸ਼ਨ ਜਿਹੜੇ ਹੈਗੇ ਆ ਉਹ ਬੈਨੀਫਿਟ, ਫਿਰ ਮੇਰੀ ਤਨਖਾਹ, ਸਭ ਕੁਝ ਰੱਖਿਆ ਹੋਇਆ ਇਹਨਾਂ ਨੇ। ਇਹ ਸਰਕਾਰ ਤਾਂ ਜਿਹੜੀ ਆ 5 ਮਹੀਨਿਆਂ ਦੀ ਹੁਣ ਆਈ ਹੋਈ, ਇਹਨਾਂ ਨੂੰ ਵੀ ਦੱਸਦਾ। ਤੇ ਜਦੋਂ ਤਾਂ ਵੋਟਾਂ ਲੈਣੀਆਂ ਸੀ ਉਦੋਂ ਬਲਵਿੰਦਰ ਸੇਖੋਂ ਯਾਦ ਆਉਂਦਾ ਸੀ ਭਗਵੰਤ ਮਾਨ ਨੂੰ। ਹੁਣ ਵੀ ਪਰਸੋਂ ਮੇਰਾ ਜ਼ਿਕਰ ਕਰ ਰਿਹਾ ਸੀਗਾ। ਤੇ ਜਿਹੜਾ ਬੰਦਾ ਆਪ ਹੁਕਮ ਲੈ ਕੇ ਗੱਲ ਕਰਦਾ, ਉਹਦੀ ਕਿੱਥੇ ਨਹੀਂ ਹਿੰਮਤ ਹੈ ਕਿ ਉਹ ਵੇਖ ਸਕੇ ਕਿ ਅਫਸਰ ਜਿਹਦੇ ਨਾਲ ਇੰਨਾ ਧੱਕਾ ਹੋਇਆ ਹੋਇਆ, ਤੇ ਉਹਨੂੰ ਘੱਟੋ ਘੱਟ ਉਹਦੇ ਬੈਨੀਫਿਟ ਤਾਂ ਮੋੜ ਦਿਓ। ਤੇ ਜੇ ਸੋਚਣਾ ਵੀ ਮੈਂ ਕਿਤੇ ਮੰਗਣ ਜਾਊਂਗਾ ਜਾਂ ਮੈਂ ਐਪਲੀਕੇਸ਼ਨ ਦੇਊਂਗਾ, ਉਹ ਤਾਂ ਭੁੱਲ ਜਾਣਾ। ਇਹ ਫਿਰ ਇਹ ਕੰਮ ਤਾਂ ਉਹਨਾਂ ਕੋਲ ਕਰ ਲੈਂਦੇ ਪਹਿਲਾਂ। ਜੇ ਇਹਨਾਂ ਕੋਲ ਬੇਨਤੀਆਂ ਹੀ ਕਰਨੀਆਂ ਸੀਗੀਆਂ ਤੇ ਫਿਰ ਉਹਨਾਂ ਨੂੰ ਫਿਰ ਲੜਨ ਦੀ ਹੀ ਕੀ ਲੋੜ ਸੀ। ਤੋ ਇਸ ਕਰਕੇ ਮੈਂ ਬਿਲਕੁਲ ਆਪਣੀ ਇਸ ਗੱਲ ਨੂੰ ਇਵੇਂ ਹੀ ਮੀਡੀਆ ਸਾਹਮਣੇ ਰੱਖ ਕੇ ਇਹਨਾਂ ਦੀ ਹਿੱਕ 'ਤੇ ਮੂੰਗੀ ਦਲ ਦੀ ਪੰਜਾਬੀ ਕਹਿੰਦਾ, ਉਹ ਹਿੱਕ 'ਤੇ ਮੂੰਗੀ ਦਲਾਂਗੇ। ਮੈਨੂੰ ਤਾਂ ਇਹੋ ਜਿਹੇ ਪੈਸੇ ਨਾਲੋਂ ਜਿਹੜਾ ਆਹ ਜ਼ਿਆਦਾ ਸਵਾਦ ਆ ਰਿਹਾ, ਜਿਹੜਾ ਇਹਨਾਂ ਦੀ ਜਿਹੜਾ ਚਿਹਰੇ ਲੋਕਾਂ ਨੂੰ ਵਿਖਾਉਂਦੇ ਆ ਵੀ ਡਬਲ ਚਿਹਰੇ, ਕਿ ਆਪਦੇ ਮਤਲਬ ਹੁੰਦੇ ਉਦੋਂ ਟੋਹ ਕੇ ਵੇਖਦੇ, ਨਾਮ ਲੈਂਦੇ ਆ। ਜਿਹਨੂੰ ਹੋਣਾ ਵੀ ਬਲਵਿੰਦਰ ਸੇਖੋਂ ਖੁਸ਼ ਹੋ ਜਾਊਗਾ, ਭੱਜਿਆ ਆਊਗਾ, ਮੇਰੇ ਕੋਲ ਵੀ ਨਾਮ ਲਿਆ। ਇਹੋ ਜਿਹੇ ਬੰਦੇ ਜਿਹੜੇ ਇਹਦੇ ਮੱਥੇ 'ਚ ਲਿਖਿਆ ਸੀ ਜੀ ਅੰਬਣ ਨਾ, ਹੋਰ ਕੀ ਇਹਦੀ ਕਰਤੂਤ ਹੈਗੀ ਹੈ। ਠੀਕ ਹੈ, ਹੁਕਮ ਜਿਹੜਾ ਹੈਗਾ ਦਿੱਲੀ ਨੂੰ ਲੈ ਕੇ ਚੱਲਦਾ।
ਉਰੂਸਾ ਵਾਲੇ ਕੇਸ ਨੂੰ ਵੀ ਛੋਟਾ ਕਰਤਾ ਇਹਨੇ ਆਪਣਾ ਐਕਟ ਕਰਕੇ ਧੀ ਦੀ ਉਮਰ ਤੋਂ ਛੋਟੀ ਕੁੜੀ ਨਾਲ ਵਿਆਹ ਕਰਵਾ ਕੇ। ਠੀਕ ਹੈ, ਕੀ ਕਹੀਏ ਇਹਨਾਂ ਬਾਰੇ, ਬਹੁਤ ਮਤਲਬ ਜਿਹੜਾ ਇਹਨਾਂ ਦਾ ਕਿਰਦਾਰ ਹੈਗਾ ਬਹੁਤ ਨੀਵੇਂ ਪੱਧਰ ਦਾ, ਪਰ ਚੰਗੀ ਗੱਲ ਜਿਹੜੀ ਕੀਤੀ ਉਹਨੂੰ ਚੰਗੀ ਵੀ ਕਹਾਂਗੇ। ਤੇ ਇਸ ਕਰਕੇ ਮੈਂ ਕਹਿੰਦਾ ਵੀ ਆਹ ਜਿਹੜਾ ਸ਼ੇਰ ਦੀ ਸਵਾਰੀ ਇਹਨੇ ਕੀਤੀ ਹੈ, ਇਹ ਸ਼ੇਰ ਦੀ ਸਵਾਰੀ ਹੈ। ਇਹ ਜਿਹੜਾ ਸ਼ੇਰ ਦੀ ਸਵਾਰੀ ਕਰਦਾ ਉਹ ਸ਼ੇਰ ਆਮ ਤੌਰ 'ਤੇ ਸਵਾਰ ਨੂੰ ਖਾ ਜਾਂਦਾ ਹੁੰਦਾ। ਤੇ ਮੈਨੂੰ ਵੱਡੀ ਉਮੀਦ ਹੈ ਕਿ ਮਤਲਬ ਭਗਵੰਤ ਮਾਨ ਨਹੀਂ ਖਾਧਾ ਜਾਣਾ ਇਹਦੇ ਵਿੱਚ, ਹੋਰ ਦੋ ਚਾਰਾਂ ਨੂੰ ਜੇ ਇਸ ਤਰ੍ਹਾਂ ਇਹਨੇ ਐਕਸ਼ਨ ਲੈ ਲਿਆ, ਉੱਪਰ ਫਿੱਟ ਨਾ ਆਇਆ ਤੇ ਆ ਬੈਠੇ ਦੋ ਵੱਡੇ ਚਾਪਲੂਸ, ਇੱਕ ਹਰਪਾਲ ਚੀਮਾ ਤੇ ਇੱਕ ਕਰਤਾਲ ਸੰਧਵਾ, ਉਹ ਪੂਰਾ ਜ਼ੋਰ ਲੱਗਿਆ ਪਿਆ ਉਹਨਾਂ ਦਾ ਵੀ ਕਿਸੇ ਤਰੀਕੇ ਨਾਲ ਇਹਦੇ 6 ਮਹੀਨੇ ਪੂਰੇ ਹੋਣ, ਇਹਨੂੰ ਲਾਈਏ ਇਹਦੀ ਥਾਂ ਦੀ ਸੀਟ ਤੇ ਬੈਠੀਏ। ਤੇ ਹੋ ਸਕਦਾ ਲੰਬਾ ਸਮਾਂ ਇਹਨੂੰ ਇਹ ਮੌਕਾ ਹੀ ਨਾ ਮਿਲੇ, ਪਰ ਚਾਹੁੰਦੇ ਆ ਇਹ ਫਿਰ ਵੀ ਪੰਜਾਬੀਆਂ ਨੇ ਇਹਨੂੰ ਵੋਟ ਪਾਈ ਹੈ। ਅਸੀਂ ਵੀ ਕਾਮਨਾ ਕਰਦੇ ਹਾਂ ਵੀ ਲੱਖ ਔਗਣਾਂ ਦੇ ਬਾਵਜੂਦ ਵੀ ਜੇ ਅੱਜ ਵੀ ਜਾਗੇ, ਠੀਕ ਹੈ, ਆਪਣੀ ਨੀਂਦ ਤੋਂ ਉੱਠੇ ਤੇ ਅਜੇ ਵੀ ਪੰਜਾਬ ਦਾ ਬਹੁਤ ਕੁਝ ਕਰ ਸਕਦਾ। ਆਹ ਮੁਹਿੰਮ ਜਿਹੜੀ ਹੈਗੀ ਆ ਰਾਜੇ ਬਿੜਨ ਕਰਕੇ ਇਹਦੀ ਬੱਸਾਂ ਵਾਲੀ ਫਾਈਲ ਖੋਲ੍ਹੇ ਦੇਵੇ ਫੜ ਕੇ ਵੀ ਬੜਾ ਰੌਲਾ ਪਾਉਂਦਾ ਸੀ ਉੱਥੇ ਜਾ ਕੇ ਵੀ ਲਾਓ ਹੱਥ, ਪਾਓ ਹੱਥ, ਜਦੋਂ ਹੱਥ ਪਾ ਲਿਆ ਫਿਰ ਚੀਕਾਂ ਵੱਜ। ਇਸੇ ਕਰਕੇ ਪਾਉਂਦਾ ਸੀ ਨਾ, ਪਤਾ ਆਪਦੀਆਂ ਫਾਈਲਾਂ ਖੁੱਲੀਆਂ ਨੇ ਹੁੰਦੀਆਂ। ਇਹਨਾਂ ਦੇ 183 ਬੰਦਿਆਂ ਦੀ ਪ੍ਰੋਸੀਕਿਊਸ਼ਨ ਦੀ ਸੈਂਕਸ਼ਨ ਮੰਗੀ ਹੈ, ਜਿਹਦੇ ਵਿੱਚ ਸਾਰੇ ਅਕਾਲੀਆਂ ਤੇ ਕਾਂਗਰਸੀਆਂ ਦੇ ਮੰਤਰੀ ਹੈ, ਟੌਪ ਦੇ ਉੱਪਰਲੇ ਬਿਊਰੋਕਰੇਟ ਹੈਗੇ ਆ, ਉਹਦੀ ਸੈਂਕਸ਼ਨ ਇਹਨੇ ਦੇਣੀ ਹੈ ਭਗਵੰਤ ਮਾਨ ਨੇ। ਤੇ ਹੁਣ ਕਲਮ ਰੁਕੀ ਹੋਈ ਹੈ ਇੱਕ ਇਰੀਗੇਸ਼ਨ ਸਕੈਮ, ਤੁਸੀਂ ਬੜਾ ਮਸ਼ਹੂਰ ਸੁਣਿਆ ਹੋਊਗਾ, ਜਿਹਦੇ 'ਚ ਕਾਹਨ ਸਿੰਘ ਪੰਨੂ, ਸਰਵੇਸ਼ ਕੌਸ਼ਲ, ਇੱਕ KBS ਸਿੱਧੂ, ਇਹ 3 ਦਾ ਅਫਸਰ ਹੈ ਤੇ 2 ਮੰਤਰੀ ਜਨਮੇਜਾ ਸੇਖ ਹੁੰਦੇ, ਸ਼ਰਨਜੀਤ ਢਿੱਲੋਂ ਸਾਡਾ ਲੁਧਿਆਣੇ ਦਾ ਇੱਥੇ ਗੰਦਕ ਹੈਗਾ। ਤਾਂ ਉਹ ਮਤਲਬ ਮੰਤਰੀਆਂ ਕਰਕੇ ਨਹੀਂ ਰੁਕੀ ਹੋਈ, ਅਫਸਰਾਂ ਕਰਕੇ ਵੀ ਹੋਈ ਹੈ। ਬਿਊਰੋਕਰੇਟ ਲੌਬੀ ਜਿਹੜੀ 75 ਪੈਸੇ ਜਿਹੜਾ ਜ਼ਿੰਮੇਵਾਰ ਹੈਗੀ ਕਰਪਸ਼ਨ ਦੀ, ਉਹ ਇੰਨੀ ਸਟਰੋਂਗ ਹੈ, ਜਿੱਥੇ ਇਹਨਾਂ ਨਾਮ ਆ ਜਾਂਦਾ ਉੱਥੇ ਫਿਰ ਸਾਰੇ ਕਾਨੂੰਨ ਜਿਹੜੇ ਹੁੰਦੇ ਉਹ ਪਿੱਛੇ ਚਲੇ ਜਾਂਦੇ। ਅਫਸਰ ਨਹੀਂ ਫਸਦਾ ਵੇਖਿਆ ਤੁਸੀਂ ਕਦੇ ਸੋਚੋਗੇ ਵੀ ਨਹੀਂ। ਆ ਹੁਣੇ ਵੀ ਪਿੱਛੇ ਇੱਕ IAS ਅਫਸਰ ਸੰਜੇ ਪੋਪਲੀ ਦਾ ਜੋ ਹੋਇਆ, ਉਹ ਪ੍ਰਮੋਟੀ ਆ ਸੀਗਾ, ਉਹ ਥੱਲੇ PCS ਹੋ ਗਿਆ ਸੀ। ਜੇ ਡਾਇਰੈਕਟ IPS ਹੁੰਦਾ ਜਾਂ IAS ਹੁੰਦਾ ਜਾਂ ਡਾਇਰੈਕਟ ਕੋਈ IPS ਹੈ। ਸਾਡੇ ਹੁਣ ਪਿੱਛੇ ਕਈ ਘਟਨਾਵਾਂ ਹੋਈਆਂ 20-25 ਲੱਖ ਦੀਆਂ, ਕਈ ਰਿਸ਼ਵਤਾਂ ਦੇ ਰੌਲੇ ਪਏ ਆ, ਉਹਦੇ 'ਚ ਅਫਸਰ ਬਚਾ ਲਏ ਗਏ, ਥੱਲੇ ਮਾਰ ਦਿੱਤੇ ਗਏ। ਫਿਰੋਜ਼ਪੁਰ ਇੱਕ ਕਾਂਡ ਹੋਇਆ, ਉਹਦੇ 'ਚ 86 ਲੱਖ ਰੁਪਏ ਦਾ ਰੌਲਾ ਪੈਂਦਾ, ਔਰ SSP ਦੀ ਟੋਟਲ ਇਨਵੋਲਵਮੈਂਟ ਹੈ। ਉਹਦੇ 'ਚ ਜਿਹੜਾ ਇੰਸਪੈਕਟਰ ਸੀਗਾ, ਕਸੂਰ ਉਹਦਾ ਵੀ ਹੋਊਗਾ, ਮੈਂ ਉਹਦੇ ਹੱਕ 'ਚ ਨਹੀਂ ਕਹਿੰਦਾ, ਰਲ ਕੇ ਸਾਰਾ ਕੁਝ ਕਰਦੇ ਆ। ਉਹਦੇ 'ਤੇ ਪਰਚੇ ਦੇ ਛੱਡੇ ਆ, ਉਹਦੇ 'ਤੇ ਉਹਦੇ ਘਰੋਂ ਡਰੱਗ ਬਰਾਮਦ ਕਰਕੇ ਉਹਨੂੰ ਮਤਲਬ ਨਹੀਂ ਕੀ ਕੁਛ ਉਹਦੇ 'ਤੇ ਕਰ ਦਿੱਤਾ। SSP ਸਾਹਿਬ ਬਦਲੀ ਹੋ ਕੇ ਕਿਤੇ ਹੋਰ ਚਲੇ ਗਏ, ਔਰ ਉਸ SSP ਨੂੰ ਸਾਰੀ ਗੱਲ ਦਾ ਪਤਾ। ਆਡੀਓ ਜਿਹੜੀਆਂ ਹੈਗੀਆਂ ਰਿਲੀਜ਼ ਹੋਈਆਂ ਵੀ ਆ, ਜਦੋਂ DSP ਨੂੰ ਕਹਿ ਰਿਹਾ ਧੱਕੇ ਨਾਲ ਤੂੰ ਆਪਣੀ ਇਸ ਤਰ੍ਹਾਂ ਆਪਣੀ ਹਾਜ਼ਰੀ ਪਾ ਜੇ, ਉਹ ਪੁੱਛਣ ਵਾਲਾ ਕੋਈ ਨਹੀਂ ਹੈਗਾ। ਹੋਰ ਵੀ 1-2 ਪਿੱਛੇ ਹੋਇਆ, ਵੱਡੇ DIG ਅਫਸਰ ਸ਼ਿਕਾਇਤ ਹੋਈ 25-30 ਲੱਖ ਦੀ, ਤੇ ਪਰਚੇ ਥੱਲੇ ਵਾਲਿਆਂ ਦੇ ਲੀਡਰਾਂ ਦੇ ਦਿੱਤੇ ਤੇ ਉਹਨਾਂ ਦੀ ਬਦਲੀਆਂ ਕਰਤੀਆਂ। ਤਾਂ IPS ਹੋਣਾ ਤੇ IAS ਹੋਣਾ ਹਰ ਜਿਹੜਾ ਜੁਰਮ ਮਾਫ ਹੈ, ਜੋ ਮਰਜ਼ੀ ਕਰ ਦੇਣ ਇਹ। ਤੇ ਇਸ ਕਰਕੇ ਇਹ ਜਿਹੜਾ ਵਿਤਕਰਾ ਹੈ ਆਉਣ ਵਾਲੇ ਸਮੇਂ 'ਚ ਜਿਹੜਾ ਪਾੜਾ ਪੈਦਾ ਹੋ ਰਿਹਾ, ਇਹ ਕਿਸੇ ਸਮੇਂ ਇਸ ਤਰ੍ਹਾਂ ਹੀ ਰਿਜ਼ੈਂਟਮੈਂਟ ਬਹੁਤ ਵੱਡੀਆਂ ਹੋ ਜਾਂਦੀਆਂ ਹੁੰਦੀਆਂ। ਇਹ ਭੁਲੇਖੇ 'ਚ ਹੈਗੇ ਆ, ਲੋਕ ਜਾਗੇ ਹੋਏ ਆ, ਤੇ ਜਦੋਂ ਚੇਂਜ ਆਉਂਦੀ ਹੁੰਦੀ ਉਦੋਂ ਹਨੇਰੀ 'ਚ ਫਿਰ ਸਾਰੇ ਉੱਡ ਜਾਂਦੇ ਹੁੰਦੇ ਆ, ਵਕਤ ਬਦਲਦਾ ਜਦੋਂ। ਤੁਸੀਂ ਅੱਜ ਡਿਊਟੀ 'ਤੇ ਨਹੀਂ ਹੋ, ਪਰ ਜੇ ਮੰਨ ਲਓ ਇੱਕ ਐਕਸਪੋਜ਼ ਕਰਦੇ ਆ, ਜੇ ਤੁਹਾਨੂੰ ਇਹ ਜਾਂਚ ਦੇ ਦਿੱਤੀ ਜਾਵੇ ਜਾਂ ਤੁਹਾਨੂੰ ਰਿਮਾਂਡ ਦੇ ਦਿੱਤਾ ਜਾਵੇ, ਤੁਹਾਡਾ ਫਿਰ ਕੀ ਰਵੱਈਆ? ਨਹੀਂ, ਰਵੱਈਏ ਦੀ ਗੱਲ ਨਹੀਂ, ਪ੍ਰੋਫੈਸ਼ਨਲਿਜ਼ਮ ਤਰੀਕੇ ਨਾਲ ਪੁਲਿਸ ਨੂੰ ਇਹਦੇ 'ਤੇ ਟਰੀਟ ਕਰਨਾ ਚਾਹੀਦਾ। ਜੇ ਕੋਈ ਬੰਦਾ ਨਹੀਂ ਕੋਆਪਰੇਟ ਕਰਦਾ ਤੇ ਉਹਦੇ ਵਾਸਤੇ ਸਾਰੇ ਇੰਤਜ਼ਾਮ ਹੈਗੇ ਆ। ਇਹਨੂੰ ਕੋਈ ਮੈਂ ਇੱਥੇ ਫੋਨ 'ਤੇ ਬੋਲ ਕੇ ਦੱਸਾਂ ਤੁਹਾਡੇ ਸਾਹਮਣੇ, ਉਹਦੀ ਕੋਈ ਜ਼ਰੂਰਤ ਨਹੀਂ ਹੈਗੀ। ਚੰਗੇ ਬੰਦੇ ਵਾਸਤੇ ਚੰਗਾ ਸਲੂਕ ਲਿਖਿਆ ਜਾਂਦਾ, ਮਾੜਾ ਬੰਦਾ ਜਿਹੜਾ ਹੈਗਾ ਉਹਦਾ ਮਤਲਬ ਉਸ ਤਰ੍ਹਾਂ ਦਾ ਸਲੂਕ ਕੀਤਾ ਜਾਂਦਾ। ਜੇ ਹੁਣ ਉਹ ਬਿਹੇਵ ਕਰੇ ਵੀ ਮੈਂ ਮੰਤਰੀ ਹਾਂ ਤੇ ਫਿਰ ਉਹ ਜੁੱਤੀਆਂ ਦੇ ਹੱਕਦਾਰ ਹੈ, ਠੀਕ ਹੈ। ਉਹ ਅਕਿਊਜ਼ਡ ਹੈ, ਉਹ ਕੋਆਪਰੇਟ ਕਰੇ, ਜਿਹੜੀ ਗੱਲ ਹੈ ਦੱਸੇ। ਉਹ ਇਸ ਤਰ੍ਹਾਂ ਨਹੀਂ ਹੁੰਦਾ ਕਿ ਮੈਂ ਅਜੇ ਮਤਲਬ ਇੰਨੇ ਜੋਗੇ ਹੋਏ ਨਹੀਂ ਹੈ। ਨਹੀਂ ਤਾਂ ਮੇਰੇ ਵਰਗਾ ਬੰਦਾ ਹੁੰਦਾ ਤਾਂ ਮੈਂ ਤੁਹਾਨੂੰ ਦੱਸਿਆ ਸੀ, ਮੈਂ ਉੱਥੇ ਪਹਿਲਾਂ ਬਿੱਟੂ ਨੂੰ ਮਿਲਦਾ ਤਾਂ ਪਹਿਲਾਂ ਦਾ। ਜੇ ਉੱਥੇ ਹੁੰਦਾ, ਇਹ ਤਾਂ ਬਾਅਦ ਦੀ ਗੱਲ ਹੈ, ਰਿਮਾਂਡ 'ਤੇ ਲੈ ਕੇ ਆਉਂਦੀ, ਪਹਿਲਾਂ ਤਾਂ ਉੱਥੇ ਮੌਕੇ 'ਤੇ ਜਿਹੜਾ ਉਹਦੇ ਜੁੱਤੀਆਂ ਮਾਰਨੀਆਂ ਚਾਹੀਦੀਆਂ ਸੀ, ਜਿਹੜਾ ਵੱਡਾ MP ਬਣਿਆ ਫਿਰਦਾ। ਤੇ ਬਾਕੀ ਕਾਫੀ ਸਖਤ ਸ਼ਬਦ ਹੋ ਗਏ ਮੇਰੇ ਖਿਆਲ, ਇਹਦੋਂ ਅੱਗੇ ਨਾ ਜਾਵਾਂ ਮੈਂ। ਅੱਛਾ, ਇੱਕ ਗੱਲ ਇਹ ਹੈ ਵੀ ਇੱਕ ਚਰਚਾ ਹੋਰ ਛੱਡ ਰਹੀ ਹੈ ਕਿ ਸਰਕਾਰੀ ਵਕੀਲ ਦੇ ਤੌਰ ਤੇ ਆਸ਼ੂ ਦੀ ਭੈਣ ਨੂੰ ਵੀ ਨਿਯੁਕਤ ਕੀਤਾ ਗਿਆ ਸਰਕਾਰ ਵੱਲੋਂ। ਇਹ ਵੀ ਜਿਹੜੀ ਹੈ ਇਲਜ਼ਾਮ ਲਗਾਏ ਜਾ ਰਹੇ ਆ, ਉਹਨੂੰ ਕਿਵੇਂ ਦੇ? ਇਲਜ਼ਾਮ ਨਹੀਂ ਹੋ ਗਿਆ ਹੁਣ, ਇਹ 'ਚ ਕੀ ਖਾਸ ਗੱਲ ਹੈ? ਦੇਖੋ ਇਹ ਸਾਰੇ ਤਾਂ ਇੱਕ ਦੂਜੇ ਦੇ ਚੋਰ ਮਾਸੀ ਦੇ ਮੁੰਡੇ, ਹਿੰਦੀ ਦੀ ਕਹਾਵਤ ਹੈ ਮਸੌਰੇ ਭਾਈ, ਤੇ ਹੈ ਤਾਂ ਸਾਰੇ ਇਕੱਠੇ ਹੀ। ਇਹ ਕੀ ਦਿੱਕਤ ਹੈਗੀ ਹੈ ਇਹਦੇ ਵਿੱਚ? ਮਤਲਬ ਜੁਡੀਸ਼ਰੀ ਇਹਨਾਂ ਦੀ ਬੈਠੀ ਹੈ, ਵਕੀਲਾਂ ਦੇ ਸਰਕਾਰੀ ਵਕੀਲਾਂ 'ਚ ਇਹ ਲੋਕ ਬੈਠੇ ਆ। ਇਸ ਕਰਕੇ ਇਹ ਕੋਈ ਬਹੁਤ ਹੀ ਵੱਡੀ ਉਹ ਗੱਲ ਨਹੀਂ ਹੈਗੀ, ਉਹ ਇੱਕ ਅਲੱਗ ਪਾਰਟ ਹੈ। ਇਸ ਪਿੱਛੇ ਨਹੀਂ ਵੀ ਜੇ ਉਹ ਮੰਨ ਲਓ ਜੇ ਸਰਕਾਰੀ ਵਕੀਲ ਨਿਯੁਕਤ ਹੋਈ ਹੈ, ਕਿਸੇ ਨਾ ਕਿਸੇ ਚੋਰ ਮੋਰੀ 'ਚ ਹੋਊਗੀ ਤੇ ਉਹਨੇ ਕੀ ਇਹਦਾ ਕਰ ਲੈਣਾ? ਉਹ ਸਰਕਾਰੀ ਵਕੀਲ ਰੱਬ ਥੋੜ੍ਹਾ ਹੁੰਦਾ ਜੇ ਸਰਕਾਰ ਚਾਹੁੰਦੀ ਹੈ ਇਹਦੇ ਖਿਲਾਫ। ਪਰ ਮੈਨੂੰ ਸ਼ੰਕਾ ਸਰਕਾਰ ਦੇ 'ਤੇ ਹੈ ਕਿ ਕੰਟੀਨਿਊਟੀ ਦੇ ਵਿੱਚ ਇਸ ਚੀਜ਼ ਨੂੰ ਕਰ ਸਕਣਗੇ ਇਹ ਆਉਣ ਵਾਲੇ ਸਮੇਂ 'ਚ। ਰਾਜੇ ਬਿੜੰਗਾ, ਕੈਪਟਨ ਸੰਧੂ ਦੀ ਜਿਹਨਾਂ ਦੀ ਮੈਂ ਗੱਲ ਕਰਦਾ, ਇਹਨਾਂ ਦੇ ਕੱਪੜੇ ਉਤਾਰ ਕੇ ਇਹਨਾਂ ਨੂੰ ਨੰਗਾ ਚਿੱਟਾ ਕਰਕੇ ਖੜਾ ਕਰ ਸਕਣਗੇ ਜਿਨ੍ਹਾਂ ਨੇ ਪੰਜਾਬ ਬਰਬਾਦ ਕੀਤਾ। ਤੇ ਜੇ ਉਹ ਹੋਊਗਾ ਤਾਂ ਫਿਰ ਇਹ ਜੀ ਇਹਦੀ ਸਿਸਟਰ ਹੋਵੇ, ਕੋਈ ਹੋਰ ਹੋਵੇ, ਛੋਟੀ ਮੋਟੀਆਂ ਪੋਸਟਾਂ ਵਾਲੇ ਬੰਦਿਆਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ। ਪਰ ਕਿਉਂਕਿ ਇਹ ਸਿਸਟਮ ਸਾਰਾ ਇਹਨਾਂ ਦਾ ਇਕੱਠਾ ਹੀ ਹੈ, ਇੱਕ ਦੂਜੇ ਦੇ ਕੰਮ ਕਰਦੇ ਰਹੇ ਆ। ਹੁਣ ਤੱਕ ਇਹਨਾਂ ਨੇ ਸੋਚਿਆ ਹੈ ਨਹੀਂ ਸੀ। ਆਪਾਂ ਵੀ ਆਪ ਬੈਠ ਭੁਲੇਖਾ ਕਰਦੇ ਹਾਂ ਕਿ ਆਪ ਪਾਰਟੀ ਨਵੇਂ ਲੋਕਾਂ ਦੀ, ਪਰ ਨਵੇਂ ਕਿੱਥੇ ਹੈ? ਰਵਨੀਤ ਬਿੱਟੂ ਵੀ ਕਹਿੰਦੇ ਰਹੇ ਕਿ 30-40 ਬੰਦੇ ਸਾਡੇ ਹੀ ਆ, ਉਹ ਕਹਿੰਦੇ ਹੁੰਦੇ ਸੀ ਸਟਾਰਟਿੰਗ 'ਚ ਬਿਆਨ ਆਇਆ ਸੀ ਨਾ। ਮੈਂ ਕਿਹਾ ਨਵੇਂ ਕਿੱਥੋਂ ਆਏ ਆ? ਇਹ ਕਾਂਗਰਸ ਅਕਾਲੀਆਂ ਦੇ ਵਿੱਚੋਂ ਆਏ ਹੋਏ ਆ। ਇੱਥੇ 6 MLA ਤੋਂ ਮੈਂ ਜਾਣਦਾ ਲੋਕਲ ਜਿਹੜੇ ਹੈਗੇ, ਜਿਹੜੇ ਇੱਥੇ ਇਕੱਠੇ ਕੀਤੇ ਆ। ਅੱਜ ਕਾਂਗਰਸੀ ਜਲੂਸ ਕੱਢ ਰਿਹਾ ਆਪ ਸਰਕਾਰ ਦਾ,
ਤੇ ਇੱਥੇ ਕੋਈ ਚੂੰ ਨਹੀਂ ਕਰ ਰਿਹਾ ਕਿ ਸਰਕਾਰ ਆਪ ਵਾਲਿਆਂ ਦੀ ਹੋਵੇ। ਤੇ ਇਹ ਪਿੱਛੇ ਜਦੋਂ ਇਹਨਾਂ ਦੀ ਸਰਕਾਰ ਸੀ ਕਾਂਗਰਸ ਵਾਲਿਆਂ ਦੀ, ਇਹਨੇ ਖੰਘਣ ਨਹੀਂ ਦਿੱਤਾ ਕੋਈ ਇੱਥੇ। ਤੇ ਇਹ ਤਾਂ ਮੁਰਦਿਆਂ ਦੀ ਸਰਕਾਰ ਹੈ। ਸਾਲੇ ਦੇ ਸਾਰੇ ਕਰਪਟ ਹੈ ਬਿਲਕੁਲ, ਨਾਲ ਰੱਜ ਕੇ ਜਿੰਨੀ ਕਰਪਸ਼ਨ ਕਰ ਸਕਦੇ। ਹਾਲਾਂਕਿ ਇਹਨਾਂ ਦੇ ਹੁਣ ਪੱਲੇ ਬਹੁਤਾ ਕੁਝ ਨਹੀਂ, ਅਫਸਰ ਮੂੰਹ ਮਾ ਨਹੀਂ ਲਾਉਂਦੇ ਇਹਨਾਂ ਨੂੰ, ਪਰ ਇਸ ਦੇ ਬਾਵਜੂਦ ਵੀ ਲੋਕਾਂ ਦੇ ਵਿੱਚ ਭੁਲੇਖਾ ਰਹਿੰਦਾ ਵੀ MLA ਸਾਹਿਬ ਲੋਕ ਇਹਨਾਂ ਨੂੰ ਕੋਈ ਟੂਈ ਮਰਾਈ ਜਾਂਦੇ, ਲੁੱਟੀ ਜਾਂਦੇ, ਉਹਨਾਂ ਨੂੰ ਜਿਵੇਂ ਆਉਂਦਾ ਕੋਈ ਰਾਜੀਨਾਮੇ ਕਰਾਉਣ ਦੇ ਪੈਸੇ ਲਈ ਜਾਂਦੇ, ਮੰਗੀ ਜਾਂਦੇ, ਲੋਕ ਵੀ ਦੇਈ ਜਾਂਦੇ MLA ਸਾਹਿਬ ਨੇ। ਤੋ ਇਸ ਤਰ੍ਹਾਂ ਦਾ ਬਹੁਤ ਕੁਝ ਚੱਲ ਰਿਹਾ ਪੰਜਾਬ ਇੱਥੇ ਲੁਧਿਆਣੇ ਵਿੱਚ ਮੈਂ ਦੇਖ ਰਿਹਾ। ਤੇ ਇਹਨਾਂ ਬੰਦਿਆਂ ਤੋਂ ਕੀ ਉਮੀਦ ਕਰ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਆਪਦੀ ਸਰਕਾਰ ਦੀ ਕੋਈ ਚੰਗੀ ਗੱਲ ਨੂੰ ਵੀ ਇਹ ਦੱਸ ਸਕਣ ਵੀ ਹਾਂ ਭਾਈ ਅਸੀਂ ਸਾਡੀ ਸਰਕਾਰ ਠੀਕ ਕਰ ਰਹੀ ਹੈ ਤੇ ਤੁਸੀਂ ਗਲਤ ਕਿਵੇਂ ਪ੍ਰੋਟੈਸਟ ਕਰ ਸਕਦੇ ਹੋ। ਤਾਂ ਮੁਰਦਿਆਂ ਦੀ ਬਸਤੀ ਹੈ ਜੀ। ਇੱਕ ਗੱਲ ਹੋਰ ਵੀ ਕਹੀ ਯਾਰ, ਕਹਿੰਦੇ ਕੱਚੇ ਹੱਥ ਪਾਏ ਆ ਸਰਕਾਰ ਨੇ, ਹਾਲੇ ਪੱਕਾ ਹੱਥ ਨਹੀਂ, ਵੀ ਛੁੱਟ ਸਕਦਾ, ਬਚ ਵੀ ਸਕਦੇ ਆ। ਤੇ ਕੋਈ ਇਹ ਵੀ ਲੱਗਦਾ ਕੋਈ ਮਾਰ ਲੋਕਾਂ ਦੇ ਕਹਿਣਾ ਕਿ ਹੱਥ ਕਰੜਾ ਨਹੀਂ ਪਾਇਆ। ਨਹੀਂ ਜੀ, ਹੱਥ ਕਰੜਿਆਂ ਦੀ ਗੱਲ ਨਹੀਂ ਹੁੰਦੀ ਹੈ। ਹੱਥ ਤਾਂ ਕਰੜਾ ਮੇਰੇ ਵਾਲਾ ਕੇਸ ਇਕੱਲਾ ਹੀ ਖੋਲ੍ਹ ਲੈਣ, ਕੋਈ ਲੋੜ ਹੀ ਨਹੀਂ ਹੈਗੀ ਕਿਸੇ ਹੋਰ ਦੀ। ਮੈਂ ਹਰ ਵਾਰ ਕਹਿੰਦਾ ਹੁੰਦਾ ਕਿ ਪੇਸ਼ ਕਰੋਗੇ ਉਹਦੇ ਬਾਰੇ? ਹਾਂ ਬਿਲਕੁਲ ਕਰੂੰਗਾ। ਮੈਂ ਹੁਣੇ ਇੱਥੇ ਕਚਹਿਰੀ ਇਸੇ ਕੰਮ ਹੀ ਆਇਆ ਹੋਇਆ ਸੀਗਾ ਤੇ ਉਹਦੇ 'ਚ 4 ਕਤਲ ਹੈ ਤੇ 1 ਬੰਬ ਧਮਾਕਾ ਹੈ, ਉਹੀ ਕਾਫੀ ਹੈ। ਤੁਰੇ ਫਿਰਨੇ ਦੀਆਂ ਲੱਖਾਂ ਕਰੋੜ ਉਹਦੇ 'ਚ ਕੀ ਸੰਬੰਧ? ਉਹਦੇ ਵਿੱਚ ਇਹ ਬਿਲਕੁਲ ਇਹ ਕਨਸਪੀਰੇਸੀ ਦੇ ਵਿੱਚ ਹੈ। ਇਹਦੀ ਕਨਫੈਸ਼ਨਲ ਸਟੇਟਮੈਂਟ ਹੈ, ਇਹਨੇ ਆਪ ਲਿਖਾਈ ਹੋਈ। ਜਿਹਦੇ ਤੇ ਇਹਨੂੰ ਚਲਾਨ ਹੀ ਨਹੀਂ ਕੀਤਾ, ਉਹ ਤਾਂ ਬਹੁਤ ਵੱਡਾ ਸਕੈਂਡਲ ਹੈ। ਉਹ ਤਾਂ ਬਹੁਤ ਵੱਡੀ ਪੁਲਿਸ ਦੀ 92 ਦੇ ਜਿਹੜੇ ਰਿਟਾਇਰ ਹੋਏ ਅਫਸਰ ਜਿਹੜੇ ਹੈਗੇ ਆ, ਹੁਣ ਜਿਹੜੇ ਜਿਉਂਦੇ ਬੈਠੇ ਆ, ਉਹਦੇ ਗੁਨਾਹਗਾਰ ਆ ਉਹ। ਇਹਨੂੰ ਚਲਾਨ ਹੀ ਨਹੀਂ ਕੀਤਾ ਗਿਆ ਕਤਲਾਂ ਦੇ ਵਿੱਚ। ਕੀ ਉਦੋਂ ਹਾਲਾਤ ਬਣੇ ਸੀ ਕੀ ਨਹੀਂ ਤਾਂ ਮੈਨੂੰ ਪਤਾ ਨਹੀਂ ਹੈ, ਪਰ ਉਹ ਸਾਰਾ ਜਿਹੜਾ ਰਿਕਾਰਡ ਅਸੀਂ ਕੱਢ ਲੈਂਦਾ। ਹੁਣ ਮੈਂ ਪਹਿਲਾਂ ਇੱਥੇ CP ਪੁਲਿਸ ਜਿਹੜਾ ਹੈਗਾ ਲੁਧਿਆਣੇ ਨੂੰ ਕੰਪਲੇਂਟ ਦਿੱਤੀ ਹੋਈ ਸੀ, ਕੋਈ ਕਾਰਵਾਈ ਨਹੀਂ ਕੀਤੀ ਹੋਈ। ਹੁਣ ਕਿਉਂਕਿ ਇਹ ਫੜਿਆ ਗਿਆ ਤੇ ਉੱਥੇ ਹੈਗਾ ਆਪਣੇ ਔਨ ਕਸਟਡੀ ਹੈ। ਹੁਣ ਮੈਂ ਨੌਕਰੀ ਤੋਂ ਫਰਕ ਹੈਗਾ ਤੇ ਮੈਂ ਬੀਇੰਗ ਜਿਹੜਾ ਇੰਡੀਪੈਂਡੈਂਟ ਵਿਟਨੈਸ ਆਪਣਾ ਉੱਥੇ ਆਪਣਾ ਜਿਹੜੀ ਹੈਗੀ ਐਪਲੀਕੇਸ਼ਨ ਦੇਵਾਂਗਾ ਉੱਥੇ ਵੀ ਆਹ ਜਿਹੜੀ ਐਵੀਡੈਂਸ ਮੇਰੇ ਕੋਲ ਇਹਦੇ ਖਿਲਾਫ ਹੈਗੀ, ਮੈਂ ਇਹਦਾ ਗਵਾਹ ਹੈਗਾ। ਰੱਖਣਾ ਪਊਗਾ, ਕਾਨੂੰਨ ਹੈ ਜੀ ਇਹ। ਤੇ ਉਹਦੇ ਵਿੱਚ ਜਦੋਂ ਫਿਰ ਮੇਰੇ ਵਰਗਾ ਬੰਦਾ ਇਹ ਗਵਾਹ ਹੋਊਗਾ ਤੇ ਫਿਰ ਕਿੱਥੇ ਜਾਣਾ ਇਹਨੇ। ਤਾਂ ਇਸ ਕਰਕੇ ਜਿਹੜੇ ਮਰਜ਼ੀ ਕੱਚੇ ਹੋਣ ਤੇ ਪੱਕੇ ਹੋਣ, ਬਲਵਿੰਦਰ ਸੇਖੋਂ ਬੈਠਾ ਜਿੰਨਾ ਚਿਰ ਜਿਉਂਦੇ ਆ ਉਹਨਾਂ ਚਿਰ ਇਹਨੂੰ ਉਮੀਦ ਕਰਦੇ ਹਾਂ ਕਿ ਜੇਲ੍ਹ 'ਚੋਂ ਬਾਹਰ ਨਾ ਨਿਕਲੇ। ਬਾਕੀ ਬਕਾਊ ਸਮਾਨ ਹੈ ਸਾਰਾ, ਕੋਰਟਾਂ ਵੀ ਤਾਂ ਵਿਕਦੀਆਂ ਥੋੜ੍ਹੀਆਂ, ਹਾਈ ਕੋਰਟ ਤਾਂ ਸਾਡੀ ਜਮਾਂ ਸਰਿਆ ਹੋਇਆ ਇਹਨਾਂ ਦਾ। ਤੇ ਜਿਹੜਾ ਮਜੀਠੀ ਵਰਗੇ ਨੂੰ ਕੱਢ ਸਕਦੀ ਤੇ ਉਹ ਤੁਸੀਂ ਆਪ ਸਵਾਲ ਲਾ ਲਓ। ਇਹ ਤਾਂ ਉਦੋਂ ਘੱਟ ਹੈ, ਉਹ ਤਾਂ ਇੱਕ ਪੂਰੀ ਦੀ ਪੂਰੀ ਜਵਾਨੀ ਦਾ ਕਤਲ ਸੀਗਾ ਸਾਡੀ ਲੁਧਿਆਣੇ ਦੀ ਪੰਜਾਬ ਦੀ ਦਾ। ਤਾਂ ਇਸ ਕਰਕੇ ਕੋਰਟਾਂ ਦਾ ਰਵੱਈਆ ਕੁਝ ਵੀ ਹੋ ਸਕਦਾ, ਖਾਸ ਤੌਰ 'ਤੇ ਹਾਈ ਕੋਰਟਾਂ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਦੁਕਾਨਾਂ ਤਾਂ ਖੁੱਲ੍ਹਦੀਆਂ ਇਹਨਾਂ ਵਾਸਤੇ ਹੈ ਤੇ ਬਣੀਆਂ ਹੀ ਇਹਨਾਂ ਵਾਸਤੇ ਹੈਗੀਆਂ। ਤੇ ਬਾਕੀ ਆਉਣ ਵਾਲਾ ਸਮਾਂ ਦੇਖਦੇ ਹਾਂ ਕੀ ਹੁੰਦਾ, ਜਿਸ ਤਰ੍ਹਾਂ ਦੇ ਹਾਲਾਤ ਹੋਣਗੇ ਉਹ ਗੱਲ ਕਰਾਂਗੇ ਉਹਦੇ ਬਾਰੇ। ਹੈਗੇ ਜੀ, ਹੋਰ ਆਪਸ਼ਨ ਹੀ ਨਹੀਂ ਹੈਗੀ ਡਟਣ ਤੋਂ ਇਲਾਵਾ। ਮੇਰੇ ਕੋਲ ਕੀ ਹੁਣ, ਮੈਂ ਕਿਸੇ ਗੱਲ ਤੋਂ ਪਿੱਛੇ ਥੋੜ੍ਹਾ ਹਟ ਸਕਦਾ। ਜਿੱਥੋਂ ਜਿੰਨਾ ਸਫ਼ਰ ਕਰਕੇ ਆ ਗਏ ਤੇ ਮੈਨੂੰ ਲੋੜ ਵੀ ਨਹੀਂ ਹੈਗੀ। ਮੇਰਾ ਇਹਦੇ 'ਚ ਕਿਹੜਾ ਹੁਣ ਨੌਕਰੀ ਇਹਨਾਂ ਨੇ ਲਈ ਹੋਈ ਹੈ, ਹੋਰ ਬੱਚੇ ਜਿਹੜੇ ਹੈਗੇ ਕੁਛ ਹਾਲਾਤਾਂ ਕਰਕੇ ਬਾਹਰ ਹੈਗੇ ਆ, ਰੋਟੀ ਖਾਣ ਜੋਗਾ ਮੈਂ ਹੈਗਾ ਤੇ ਮੈਂ ਕਿਉਂ ਨਾ ਲੜੂੰਗਾ ਜੇ ਲਾਈਫ ਬਚਦੀ। ਇਹੀ ਮੈਂ ਅਪੀਲ ਸਾਰੇ ਪੰਜਾਬ ਦੇ ਲੋਕਾਂ ਨੂੰ ਕਰਦਾ, ਜਿਹੜੇ ਬੰਦੇ ਸਾਡੀ ਏਜ ਦੇ ਹੈਗੇ ਆ, ਜਿਹੜੇ ਫਾਰਗ ਹੋਏ ਬੈਠੇ ਆ, ਉਹਨਾਂ ਨੇ ਪੰਜਾਬ ਦੀ ਜਿਹੜੀ ਲੁੱਟ ਹੁੰਦੀ ਵੇਖੀ ਹੈ ਜਾਂ ਹਿੱਸਾ ਰਹੇ ਹੈ। ਮੈਂ ਆਪਦੇ ਆਪ ਨੂੰ ਬਿਨਾਂ ਗੱਲ ਤੋਂ ਗੁਨਾਹਗਾਰ ਕਹਿੰਦਾ, ਮੈਂ ਐਡਾ ਕੋਈ ਵੱਡਾ ਮੁਜਰਮ ਨਹੀਂ, ਮੇਰੇ ਤੇ ਕੋਈ ਇਹੋ ਜਿਹੇ ਇਲਜ਼ਾਮ ਨਹੀਂ ਕਿ ਮਤਲਬ ਮੈਂ ਕਹਾਂ, ਪਰ ਮੈਂ ਮੰਨਦਾ ਇਸ ਦੇ ਬਾਵਜੂਦ ਵੀ ਸਾਡੇ ਸਾਹਮਣੇ ਤਾਂ ਹੋਇਆ ਨਾ। ਤੇ ਲੋਕ ਜਾਗਣ ਇਹ ਸਾਰੇ। ਸਾਡਾ ਜਿਹੜਾ ਖਾਸ ਤੌਰ 'ਤੇ ਜਿਹੜਾ ਸਾਹਿਤਕ ਲੋਕ ਨੇ, ਜਿਹੜੇ ਆਪਣੇ ਆਪ ਨੂੰ ਅਖੌਤੀ ਪੋਇਟ ਰਾਈਟਰ ਕਵੀ ਦਰਬਾਰ ਲਾਉਂਦੇ ਆ, ਇੱਥੇ 16 ਸੈਕਟਰ ਦੇ ਇੱਕ ਦੁਕਾਨ ਦਿੱਤੀ ਹੋਈ ਇਹਨਾਂ ਨੂੰ, ਠੀਕ ਹੈ, ਸਰਜੀਤ ਪਾਤਰਾਂ ਪੁੱਤਰਾਂ ਨੂੰ ਜੋ ਵੀ ਹੈਗੇ ਆ, ਇਹਨਾਂ ਨੂੰ ਸ਼ਰਮ ਹੀ ਨਹੀਂ ਕਿ ਪੰਜਾਬ ਸਾਡਾ ਬਰਬਾਦ ਹੋ ਗਿਆ। ਇਹ ਕਿਹੜੇ ਕਵੀ ਦਰਬਾਰ ਕਰਦੇ ਤੇ ਕਿਹੜੇ ਸੋਲੇ ਗਾਉਂਦੇ, ਕਿਤਾਬਾਂ ਰਿਲੀਜ਼ ਕਰਦੇ ਆ। ਤਾਂ ਸੋ ਸਭ ਤੋਂ ਵੱਡੀ ਸ਼ਰਮ ਦੀ ਗੱਲ ਜਿਹੜੀ ਹੈਗੀ ਹੈ, ਜਿਹੜੇ ਸਾਹਿਤਕ ਕਲਮ ਵਾਲੇ ਲੋਕ ਹੈ ਉਹਨਾਂ ਦਾ ਜਿਹੜਾ ਬੇੜਾ ਗਰਕ ਹੋਇਆ, ਉਹਨਾਂ ਨੂੰ ਜਾਗਣਾ ਚਾਹੀਦਾ। ਜਾਗਣਾ ਤਾਂ ਇਹਨੇ ਕੀ, ਜਿਹੜਾ ਭ੍ਰਿਸ਼ਟ ਗੰਦ ਖਾਣ ਲੱਗ ਜਾਏ ਉਹਨੇ ਕੀ ਜਾਗਣਾ ਹੁੰਦਾ। ਪਰ ਫਿਰ ਵੀ ਮੇਰੇ ਵਰਗਾ ਬੰਦਾ ਜਿਹੜਾ ਹੈਗਾ ਇੱਕ ਇਹੋ ਜਿਹੇ ਡਿਪਾਰਟਮੈਂਟ 'ਚ ਉੱਠ ਕੇ ਵੀ ਜੇ ਇਹਨਾਂ ਦੇ ਜੁੱਤੀਆਂ ਮਾਰਦਾ ਤੇ ਇਹਨੂੰ ਸ਼ਰਮ ਤਾਂ ਬੜੀ ਮੋਟੀ ਆਉਣੀ ਚਾਹੀਦੀ ਹੈ। ਬਹੁਤ ਬਹੁਤ ਧੰਨਵਾਦ ਸਿੱਖੋ ਸਾਹਿਬ, ਤੇ ਮਿਹਰਬਾਨੀ। ਤਾਂ ਗੱਲਬਾਤ ਕੀਤੀ ਸਿੱਖੋ ਸਾਹਿਬ ਸਾਡੇ ਨਾਲ ਸਨ। ਉਹਨਾਂ ਦਾ ਕਹਿਣਾ ਹੈ ਕਿ ਜੋ ਹੰਕਾਰ ਹੈ ਜਾਂ ਜੋ ਇਹ ਗਲਤੀਆਂ ਇਹ ਤਾਂ ਸਾਹਮਣੇ ਆਉਣੀਆਂ ਹੀ ਹੈ। ਬਾਕੀ ਉਹ ਕਹਿੰਦੇ ਜੋ ਸਾਡੇ ਕੋਲ ਐਵੀਡੈਂਸ ਆ ਉਹ ਵੀ ਅਸੀਂ ਪੇਸ਼ ਕਰਾਂਗੇ, ਜੋ ਹੋਰ ਕੇਸਾਂ ਦੇ ਨਾਲ ਸੰਬੰਧਤ ਆ ਉਹ ਵੀ ਜਲਦ ਲੈ ਕੇ ਆਵਾਂਗੇ ਤੇ ਅਸੀਂ ਡਟ ਕੇ ਖੜਾਂਗੇ, ਕਿਉਂਕਿ ਸਾਡਾ ਕੋਈ ਇਹ ਨਹੀਂ ਕਿ ਸਾਡਾ ਜੋ ਕੁਝ ਅਸੀਂ ਗਵਾਉਣਾ ਸੀ ਉਹ ਗਵਾ ਚੁੱਕੇ ਹਾਂ, ਨਾ ਸਾਨੂੰ ਉਸ 'ਤੇ ਪਛਤਾਵਾ ਹੈ। ਅਸੀਂ ਤਾਂ ਉਸ ਦਾ ਧੰਨਵਾਦ ਹੀ ਕਰਦੇ ਹਾਂ ਕਿ ਜੇਕਰ ਉਹ ਆਡੀਓ ਲੀਕ ਨਾ ਹੁੰਦੀ ਤਾਂ ਅੱਜ ਮੈਂ ਇਸ ਇੱਕ ਪਾਸੇ ਨਾ ਖੜਾ ਹੁੰਦਾ, ਮੈਂ ਇੱਕ ਲੋਕਾਂ ਵਾਲੇ ਪਾਸੇ ਨਾ ਖੜਾ ਹੁੰਦਾ। ਤੇ ਨਾਲ ਹੀ ਉਹਨਾਂ ਨੇ ਕਾਂਗਰਸੀਆਂ ਨੂੰ ਵੀ ਇਹ ਕਿਹਾ ਕਿ ਹੁਣ ਚੀਕਾਂ ਮਾਰਨ ਦਾ ਕੋਈ ਫਾਇਦਾ ਨਹੀਂ, ਬੜੀਆਂ ਫਾਈਲਾਂ ਖੁੱਲ੍ਹ ਚੁੱਕੀਆਂ, ਬੜੀਆਂ ਫਾਈਲਾਂ ਖੁੱਲ੍ਹਣੀਆਂ। ਜੇਕਰ ਸਰਕਾਰ ਸਹੀ ਤਰੀਕੇ ਨਾਲ ਫਾਈਲਾਂ ਖੋਲ੍ਹਦੀ ਹੈ ਤਾਂ ਹੋਰ ਵੀ ਬਹੁਤੇ ਚਿਹਰੇ ਆ ਜਿਹੜੇ ਉਹ ਜੇਲ੍ਹਾਂ ਅੰਦਰ ਹੋਣਗੇ। ਕੈਮਰਾ ਪਰਸਨ ਹਿਮਤਾਜ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਵਾਈ ਟੀਵੀ।